किसान अपनी ਜ਼ਮੀਨਾਂ ਦੇ ਮਾਲਕ ਹੁੰਦੇ ਹੋਏ ਵੀ ਮਾਲਕ नहीं ਰਹਿਣਗੇ। सब कुछ पूंजीपतियों के हाथ चला जाऊगा। मुजाहरा सिस्टम जो पहला चलता सी वापस आऊगा। बड़ा वधिया बिल है। बड़े बादल साहब तो भी पीडीओ पवाती, सारा टब्बर लग्या रहा बिल समझाउण लई ते असल च बिल समझाउण लई नहीं, आपदी कुर्सी बचाउण लई। ये सरकार कानून बनाउंदी है, बाद सड़कों ते लोग पुतले लैके मुर्दाबाद के नारे लैके आउंदे ने। ਇਹ ਸਰਕਾਰ ਕਿਹਨੂੰ ਪੁੱਛਦੀ ਹੈ? ਸਿਰਫ ਪੂੰਜੀਪਤੀਆਂ ਨੂੰ। ਕਿਸਾਨਾਂ ਵੱਲੋਂ ਜਿੱਥੇ ਪੰਜਾਬ ਭਰ ਵਿੱਚ ਮੋਦੀ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਕੁਝ ਸਿਆਸੀ ਆਗੂਆਂ ਵੱਲੋਂ ਵੀ ਇਸ ਕਾਨੂੰਨ ਦੀ ਜੰਮ ਕੇ ਨਿਖੇਧੀ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸਾਂਸਦ ਭਗਵੰਤ ਮਾਨ ਸਮੇਤ ਬੀਬੀ ਸਰਬਜੀਤ ਕੌਰ ਮਾਣੂਕੇ ਅਤੇ ਆਪ ਇੰਚਾਰਜ ਜਰਨੈਲ ਸਿੰਘ ਵੱਲੋਂ ਲੁਧਿਆਣਾ ਦੇ ਆਪ ਦਫ਼ਤਰ ਵਿਖੇ ਪ੍ਰੈਸ ਵਾਰਤਾ ਕਰਕੇ ਖੇਤੀ ਕਾਨੂੰਨ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਆਪ ਆਗੂ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਜਿੱਥੇ ਕੇਂਦਰ ਸਰਕਾਰ ਦੇ ਇਸ ਕਾਨੂੰਨ ਦਾ ਵਿਰੋਧ ਕੀਤਾ, ਉੱਥੇ ਹੀ ਉਹਨਾਂ ਨੇ ਅਕਾਲੀ ਦਲ ਵੇਲੇ ਤੋਂ ਹੀ ਇਸ ਕਾਨੂੰਨ ਨੂੰ ਹੋਂਦ ਵਿੱਚ ਆਉਣ ਦੇ ਬਾਰੇ ਲੋਕਾਂ ਨੂੰ ਚਾਨਣਾ ਪਾਇਆ। ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪਹਿਲਾਂ ਬਾਦਲਾਂ ਨੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੀ ਮਹੀਨਿਆਂ ਬੱਧੀ ਜ਼ੋਰਦਾਰ ਵਕਾਲਤ ਕਰਕੇ ਕਿਸਾਨੀ ਦੀ ਪਿੱਠ 'ਚ ਛੁਰੇ ਮਾਰੇ ਅਤੇ ਹੁਣ ਮੋਦੀ ਸਰਕਾਰ ਦੇ ਇਸ਼ਾਰੇ ਤੇ ਕਿਸਾਨਾਂ ਦੇ ਸੰਘਰਸ਼ ਨੂੰ ਤਾਰ ਪੀੜੋ ਅਤੇ ਕਿਸੇ ਵੀ ਤਰੀਕੇ ਪੰਜਾਬ ਦੇ ਕਿਸਾਨਾਂ ਤੇ ਆਮ ਲੋਕਾਂ ਦੀ ਲਾਮਬੰਦੀ ਨੂੰ ਤੋੜਨ ਲਈ ਟੁੱਟੀਆਂ ਕੋਸ਼ਿਸ਼ਾਂ 'ਚ ਜੁਟੇ ਹੋਏ ਹਨ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕਿਹਾ, ਆਓ ਸੁਣਦੇ ਹਾਂ। ਪੰਜਾਬ ਜਿਹੜਾ ਹੈ ਉਹ ਸੜਕਾਂ ਤੇ ਹੈ। ਕਿਸਾਨ, ਨੌਜਵਾਨ, ਮਾਵਾਂ ਭੈਣਾਂ, ਬੱਚੇ ਜਿਹੜੇ ਕਾਲੇ ਕਾਨੂੰਨ ਕੇਂਦਰ ਸਰਕਾਰ ਲੈ ਕੇ ਆਈ ਹੈ और जिस तानाशाही तरीके नाल लोक सभा ते राज सभा पास करा के वो थप्पे गए ने लोगों के उत्ते, उहदे विरोध दे विच एक लोक लहर बनी हुई है। पंजाब, हरियाणा, करनाटका, छत्तीसगढ़, मध्य प्रदेश, यूपी, उस संबंधी अज असीं तुहाडे नाल कुछ गंभीर मसले जिहड़े ने वो डिस्कस करने हैं। पहली गल तो जिहड़ियां रवायती पार्टियां हुण तक पंजाब ते राज करदियां रहियां ने, ये कोई 5-7 दिनां च जां 5-7 महीनों च कानून नहीं बनिया। ये बड़ी लंबी सोची समझी साजिश का एक हिस्सा है। जिहड़े बिल पास होए ने 2 खेती ऑर्डीनेंस ने, एक जरूरी वस्तां दा भंडारीकरण जिहड़ा ਉਹਦੀ ਸੋਧ ਦਾ ਬਿੱਲ ਹੈ। ਸੋ ਤਿੰਨੋਂ ਅਟੈਚ ਹੀ ਨੇ। ਜੇ ਮੈਂ ਥੋੜਾ ਜਿਹਾ ਪਿੱਛੇ ਜਾਵਾਂ ਤਾਂ ਜੇ ਆਪਾਂ ਇੱਥੋਂ ਫਿਰੋਜ਼ਪੁਰ ਨੂੰ ਜਾਈਏ, ਲੁਧਿਆਣੇ ਤੋਂ ਮੋਗੇ ਤੋਂ ਅੱਗੇ ਡਗਰੂ ਪਿੰਡ ਆਉਂਦਾ, ਉੱਥੇ ਦਾ ਫਾਟਕ ਆਉਂਦਾ। ਫਾਟਕ ਲੰਘਣ ਸਾਰ ਖੱਬੇ ਪਾਸੇ ਅੰਡਾਨੀ ਐਗਰੋਜ਼ ਦਾ ਇੱਕ ਸਾਈਲੋ ਹੈ ਨੀਲੇ ਰੰਗ ਦਾ। ਉਹਦੇ ਵਿੱਚ पूरी ट्रेन ही उहदे समा जाती है। वो कदों बनिया? ओहदी परमिशन जमीन लैण दी, जमीन एक्वायर करन दी रेलवे ट्रैक वास्ते अकाली भाजपा सरकार वेले दी हुई है। और तुहानूं जान के हैरानी होगी कि उहदी जदों रजिस्ट्री हुई जमीन दी तां 1 भी रुपया स्टाम्प वैल्यू नहीं जी, कोई स्टाम्प नहीं लग्या, सारा माफ़ कर दी गई वो जी स्टाम्प ड्यूटी है। उदों तो प्लैनिंग चली आ रही। उस तो बाद पिछले जदों हुण खेती मंत्री ने दस्सिया, उत्थे खेती राज मंत्री ने लोक सभा दे विच कि एक हाई लैवल की मुख मंत्रियों की कमेटी बनाई गई सी इस बिल ते डिस्कशन वास्ते, राय लैण वास्ते स्टेटां दी। पहलां तां इन्हां ने सारे मुख मंत्री अपने ही पाए सीगे बीजेपी दे। बाद च किसी ने सियाणे ने सलाह देती होनी कि पंजाब एग्रेरीयन स्टेट है, सब तो वध सेंट्रल पूल दे विच अनाज पंजाब दे रहा है, तुसीं पंजाब नूं क्यों छड्ड दिओ? नहीं तो बिल्कुल ही एक पासड़ हो जाऊगा, एक फॉर्मैलिटी वास्ते पंजाब नूं लै लो विच।
ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਦੇ ਵਿੱਚ ਕਮੇਟੀ 'ਚ ਪਾ ਲਿਆ ਗਿਆ। ਆਖਰੀ 2 ਮੀਟਿੰਗਾਂ ਹੋਈਆਂ ਬਸ, ਉਸ ਤੋਂ ਪਹਿਲਾਂ 3-4 ਮੀਟਿੰਗਾਂ ਉਹ ਆਪ ਕਰ ਚੁੱਕੇ ਸੀ ਔਰ ਲਗਭਗ ਡਿਸੀਜਨ ਬਣਾ ਚੁੱਕੇ ਸੀ। ਪਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਵੱਲੋਂ ਪਹਿਲਾਂ ਤਾਂ ਮਨਪ੍ਰੀਤ ਬਾਦਲ ਹਾਜ਼ਰ ਹੋਏ, ਦੂਜੀ ਮੀਟਿੰਗ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹਾਜ਼ਰ ਹੋਏ। ਉਹਨਾਂ ਨੇ ਇਹ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਤੋਂ ਪਹਿਲਾਂ ਵਾਲੀਆਂ ਮੀਟਿੰਗਾਂ ਦੇ ਵਿੱਚ ਕੀ ਡਿਸੀਜਨ ਲੈ ਲਏ ਗਏ ਨੇ। ਜੇ ਤਾਂ ਸਿਰਫ ਸਾਨੂੰ ਫਾਰਮੈਲਿਟੀ ਲਈ ਲੈ ਕੇ ਆਏ ਹੋ ਤਾਂ ਵਿਰੋਧ ਕਰਦੇ ਉੱਥੇ ਕਿ ਨਹੀਂ ਜੀ, ਸਾਨੂੰ ਪਹਿਲਾਂ ਇਹ ਦੱਸੋ ਕਿ ਪਹਿਲਾਂ ਡਿਸੀਜਨ ਕੀ ਹੋ ਗਿਆ, ਅਸੀਂ ਉਸ ਹਿਸਾਬ ਨਾਲ ਪੰਜਾਬ ਦਾ ਪੱਖ ਜਿਹੜਾ ਪੇਸ਼ ਕਰਾਂਗੇ, ਜੋ ਕਿ ਨਹੀਂ ਹੋਇਆ। ਉੱਥੇ ਆਰਡੀਨੈਂਸਾਂ ਦੇ ਹਾਂ ਦੇ ਵਿੱਚ ਜਿਹੜੀ ਹੈ ਉਹ ਸਹਿਮਤੀ ਪ੍ਰਗਟ ਕਰ ਦਿੱਤੀ ਗਈ, ਜਿਸ ਦਾ ਕਿ ਆਲ ਪਾਰਟੀ ਮੀਟਿੰਗ ਦੇ ਵਿੱਚ ਵੀ ਸੱਚ ਨਹੀਂ ਬੋਲਿਆ ਗਿਆ ਕੈਪਟਨ ਸਾਹਿਬ ਵੱਲੋਂ। 24 ਜੂਨ ਨੂੰ ਆਲ ਪਾਰਟੀ ਮੀਟਿੰਗ ਹੋਈ ਸੀ, ਇਸ ਸਿਲਸਿਲੇ 'ਚ ਨਹੀਂ ਦੱਸਿਆ ਗਿਆ, ਉਹਦੇ 'ਚ ਸਾਨੂੰ ਇਨਫੋਰਮ ਨਹੀਂ ਕੀਤਾ ਗਿਆ, ਕਿਸੇ ਵੀ ਪਲੇਟਫਾਰਮ ਤੇ ਨਹੀਂ ਦੱਸਿਆ ਗਿਆ ਪੰਜਾਬ ਦੇ ਲੋਕਾਂ ਨੂੰ। ਫਿਰ ਸਪਟੈਂਬਰ 2019 'ਚ ਸਾਲ ਪਹਿਲਾਂ ਸੈਕਟਰੀ ਐਗਰੀਕਲਚਰ ਜਿਹੜੇ ਸਟੇਟਾਂ ਦੇ ਨੇ ਉਹਨਾਂ ਦੀ ਮੀਟਿੰਗ ਹੋਈ, ਨੀਤੀ ਆਯੋਗ ਨੇ ਲਈ ਸੀ ਮੀਟਿੰਗ। ਉਹ ਕਾਨ ਸਿੰਘ ਪੰਨੂ ਸਾਡੇ ਸੈਕਟਰੀ ਐਗਰੀਕਲਚਰ ਸੀ ਉਸ ਵੇਲੇ। ਜਦੋਂ ਉਹਨਾਂ ਨੂੰ ਉੱਥੇ ਖਰੜਾ ਦਿਖਾਇਆ ਗਿਆ ਕਿ ਆਹ ਬਿੱਲ ਆਊਗਾ, ਇਹਨੂੰ ਆਰਡੀਨੈਂਸ ਨੂੰ ਬਿੱਲ ਬਣਾ ਕੇ ਪੇਸ਼ ਕਰਾਂਗੇ, ਤਾਂ ਉਹਨਾਂ ਨੇ ਆ ਕੇ ਰਿਪੋਰਟ ਕੀਤੀ ਮੁੱਖ ਮੰਤਰੀ ਨੂੰ ਕਿ ਬਹੁਤ ਖਤਰਨਾਕ ਬਿੱਲ ਹੈ ਜੀ, ਇਹ ਕਿਸਾਨਾਂ ਲਈ ਬਹੁਤ ਘਾਤਕ ਸਿੱਧ ਹੋਊਗਾ। ਕਿਸਾਨ ਆਪਣੀਆਂ ਜ਼ਮੀਨਾਂ ਦੇ ਮਾਲਕ ਹੁੰਦੇ ਹੋਏ ਵੀ ਮਾਲਕ ਨਹੀਂ ਰਹਿਣਗੇ, ਸਭ ਕੁਝ ਪੂੰਜੀਪਤੀਆਂ ਦੇ ਹੱਥ ਚਲਾ ਜਾਊਗਾ, ਮੁਜ਼ਾਹਰਾ ਸਿਸਟਮ ਜਿਹੜਾ ਪਹਿਲਾਂ ਚੱਲਦਾ ਸੀ ਉਹ ਵਾਪਸ ਆਊਗਾ। ਸਪਟੈਂਬਰ 2019, ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ, ਮਾਰਚ 24 ਨੂੰ ਲਾਕਡਾਊਨ ਲੱਗਿਆ। ਕਹਿੰਦੇ ਜੀ ਸਰਕਾਰ ਲਾਕਡਾਊਨ 'ਚ ਬਿਜ਼ੀ ਹੋ ਗਈ। 7 ਮਹੀਨੇ ਤਾਂ ਇਹਦੇ ਬਾਰੇ ਕੈਪਟਨ 7.5 ਮਹੀਨੇ ਕੈਪਟਨ ਸਾਹਿਬ ਵੀ ਨਹੀਂ ਬੋਲੇ, ਨਾ ਦੱਸਿਆ ਕਿ ਉਹ ਰਿਪੋਰਟ ਕਿਉਂ ਦੱਬੀ ਗਈ ਹੈ ਜੀ, ਕਿਉਂ ਨਹੀਂ ਇਹਦੇ ਬਾਰੇ ਆਲ ਪਾਰਟੀ ਮੀਟਿੰਗ ਪਹਿਲਾਂ ਹੀ ਬੁਲਾ ਕੇ ਕਿ ਇਸ ਤਰ੍ਹਾਂ ਦਾ ਇੱਕ ਬਿੱਲ ਆ ਰਿਹਾ ਤੇ ਆਪਾਂ ਡਿਸਕਸ ਕਰੀਏ ਤੇ ਕੇਂਦਰ ਤੇ ਦਬਾਅ ਪਾਈਏ। ਉਹਨਾਂ ਨੇ ਵੀ ਨਹੀਂ ਦੱਸਿਆ ਜੀ। ਫਿਰ 5 ਜੂਨ ਨੂੰ ਆਰਡੀਨੈਂਸ ਜਾਰੀ ਹੋਇਆ। ਉਸ ਵੇਲੇ ਕੈਬਨਿਟ ਦੀ ਮੀਟਿੰਗ ਦੇ ਵਿੱਚ ਹਰਸਿਮਰਤ ਕੌਰ ਮੌਜੂਦ ਸੀ, ਜਿਹਨੂੰ ਇਹ ਹੁਣ ਕਹਿੰਦੇ ਨੇ ਕਿ ਅਸੀਂ ਉੱਥੇ ਵਿਰੋਧ ਕੀਤਾ ਸੀ। ਉਹਦੇ ਮਿੰਟਸ ਦਿਖਾ ਦੇਣ ਕਿ ਵਿਰੋਧ ਕਦੋਂ ਕੀਤਾ ਸੀ। ਬੀਜੇਪੀ ਹੁਣ ਕਹਿ ਰਹੀ ਹੈ ਕਿ ਜੇ ਉਦੋਂ ਵਿਰੋਧ ਕੀਤਾ ਸੀ ਤਾਂ ਫਿਰ ਪਾਰਲੀਮੈਂਟ ਤੱਕ ਬਿੱਲ ਆਉਣ ਦੀ ਉਡੀਕ ਕਿਉਂ ਕੀਤੀ ਅਕਾਲੀ ਦਲ ਨੇ। 3.5 ਮਹੀਨੇ ਤਾਂ ਇਹ ਸਮਝਾਉਂਦੇ ਰਹੇ ਲੋਕਾਂ ਨੂੰ ਬਹੁਤ ਵਧੀਆ ਬਿੱਲ ਹੈ, ਬਹੁਤ ਵਧੀਆ ਬਿੱਲ ਹੈ। ਕਦੇ ਨਰਿੰਦਰ ਸਿੰਘ ਤੋਮਰ ਨੂੰ ਬੁਲਾਉਂਦੇ ਰਹੇ ਅਕਾਲੀ ਦਲ ਵਾਲੇ ਇੱਥੇ ਕਿ ਜੀ MSP ਕਿਤੇ ਨਹੀਂ ਜਾਊਗੀ, ਜਿਵੇਂ ਕਹੋਗੇ ਮੈਂ ਕਰ ਲਾਂਗੇ। ਕਦੇ ਨਰਿੰਦਰ ਸਿੰਘ ਤੋਮਰ ਦੀ ਚਿੱਠੀ ਦਿਖਾਉਂਦੇ ਰਹੇ ਕਿ ਜੀ ਆਹ ਦੇਖੋ ਜਿਵੇਂ ਕਹੋਗੇ ਮੈਂ ਕਰ ਲਾਂਗੇ, ਬੜਾ ਵਧੀਆ ਬਿੱਲ ਹੈ। ਵੱਡੇ ਬਾਦਲ ਸਾਹਿਬ ਤੋਂ ਵੀ PDO ਪਵਾਤੀ। ਸਾਰਾ ਟੱਬਰ ਲੱਗਿਆ ਰਿਹਾ ਬਿੱਲ ਸਮਝਾਉਣ ਲਈ, ਤੇ ਅਸਲ 'ਚ ਬਿੱਲ ਸਮਝਾਉਣ ਲਈ ਨਹੀਂ, ਆਪਦੀ ਕੁਰਸੀ ਬਚਾਉਣ ਲਈ। 3.5 ਮਹੀਨਿਆਂ ਦੇ ਵਿੱਚ ਤੁਸੀਂ ਵੀ ਬਹੁਤ ਸਾਰੀਆਂ ਖਬਰਾਂ ਚਲਾਈਆਂ, ਅਖਬਾਰਾਂ 'ਚ ਐਡੀਟੋਰੀਅਲ ਛਪੇ ਖੇਤੀ ਮਾਹਰਾਂ ਦੇ, ਐਗਰੀਕਲਚਰ ਸਪੈਸ਼ਲਿਸਟਾਂ ਦੇ ਕਿ ਆਹ ਬਿੱਲ ਦੀ ਆਹ ਜਿਹੜੀ ਕਲੌਜ਼ ਹੈ ਇਹ ਬਹੁਤ ਖਤਰਨਾਕ ਹੈ, ਆਮ ਜਿਹੜੀ ਬਿੱਲ ਦੀ ਕਲੌਜ਼ ਹੈ ਇਹ ਬਹੁਤ ਖਤਰਨਾਕ ਹੈ, ਇਹਦੇ ਨਾਲ ਇਹ ਹੋ ਜਾਊਗਾ। ਪੰਜਾਬੀ, ਹਿੰਦੀ, ਅੰਗਰੇਜ਼ੀ ਸਾਰੇ ਅਖਬਾਰਾਂ ਛਪੇ। ਚਲੋ ਬਾਦਲ ਪਰਿਵਾਰ ਨੂੰ ਪੰਜਾਬੀ ਨਹੀਂ ਆਉਂਦੀ ਪੜ੍ਹਨੀ, ਪਰ ਘੱਟੋ ਘੱਟ ਅੰਗਰੇਜ਼ੀ ਤਾਂ ਪੜ੍ਹ ਲੈਂਦੇ। ਅੰਗਰੇਜ਼ੀ ਦੇ ਅਖਬਾਰਾਂ 'ਚ ਵੀ ਛਪਿਆ। ਤੇ ਸਪੈਸ਼ਲਿਸਟਾਂ ਨੂੰ ਜਾਂ ਕਾਲਮ ਨਵੀਸਾਂ ਨੂੰ ਜਾਂ ਜਿਹੜੇ ਪੱਤਰਕਾਰ ਨੇ ਜਾਂ ਚੀਫ ਐਡੀਟਰ ਨੇ ਅਖਬਾਰਾਂ ਦੇ, ਉਹਨਾਂ ਨੂੰ ਤਾਂ ਸਾਰਾ ਕੁਝ ਪਤਾ ਸੀ। ਤੇ ਇਹਨਾਂ ਨੇ ਜਾ ਕੇ ਪਾਰਲੀਮੈਂਟ 'ਚ ਕਿਹਾ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਬਿੱਲ ਕੀ ਹੈ, ਸਾਨੂੰ ਤਾਂ ਪੜ੍ਹਾਇਆ ਹੀ ਨਹੀਂ ਗਿਆ। ਵੀ ਤੁਸੀਂ MP ਹੋ, ਤੁਸੀਂ ਫੂਡ ਪ੍ਰੋਸੈਸਿੰਗ ਮਿਨਿਸਟਰੀ ਤੁਹਾਡੇ ਘਰੇ ਹੈ, ਜਿਹਦੇ ਨਾਲ ਰਿਲੇਟਡ ਇਹ ਬਿੱਲ ਨੇ, ਤੇ ਤੁਹਾਨੂੰ ਨਹੀਂ ਪਤਾ, ਪੱਤਰਕਾਰਾਂ ਨੂੰ ਪਤਾ ਹੈ। ਇਹ ਸਭ ਡਰਾਮੇ ਕਰ ਰਹੇ ਹੋ। ਇਹਨਾਂ ਨੂੰ ਇਹ ਸੀਗਾ ਕਿ ਮਨਾ ਲਾਂਗੇ, ਲੋਕਾਂ ਨੂੰ ਕੁਝ ਨਹੀਂ ਹੁੰਦਾ, ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਲੋਕਾਂ ਦੀ ਜਦੋਂ ਲੋਕ ਇਕੱਠੇ ਹੋ ਜਾਣ ਆਪ ਮੁਹਾਰੇ, ਉਹਨਾਂ ਦੀ ਸ਼ਕਤੀ ਕੀ ਹੁੰਦੀ ਹੈ। ਉਸੇ ਸ਼ਕਤੀ ਦੇ ਪਲਾਸ ਨਾਲ ਹੀ, ਲੋਕ ਸ਼ਕਤੀ ਦੇ ਪਲਾਸ ਨਾਲ ਹੀ ਇਹ ਜਿਹੜਾ 9 ਮਾਸ ਦਾ ਰਿਸ਼ਤਾ ਕਹਿੰਦੇ ਸੀ ਅਕਾਲੀ ਦਲ ਤੇ BJP ਦਾ, ਉਹ 9 ਪੱਟਿਆ ਗਿਆ। ਉਸੇ ਸ਼ਕਤੀ ਦੇ ਪ੍ਰੈਸ਼ਰ ਨਾਲ ਹੀ ਜਿਹੜੇ ਕਹਿੰਦੇ ਸੀਗੇ ਜੀ ਘਿਓ ਖਿਚੜੀ ਹੈ, ਜਿਹੜੇ ਕਹਿੰਦੇ ਸੀਗੇ ਜੀ ਜਿਉਂਦੇ ਜੀ ਇਹ ਟੁੱਟ ਨਹੀਂ ਸਕਦਾ, ਜਿਹੜਾ NDA ਦਾ ਗੱਠਜੋੜ ਆ ਉਹ ਵੀ ਟੁੱਟ ਗਿਆ ਜੀ। ਇਹ ਅਚਾਨਕ, ਇਹਨੂੰ ਮੈਂ ਯੂ ਟਰਨ ਨਹੀਂ ਕਹੂੰਗਾ, ਯੂ ਦਾ ਉਹ ਮਤਲਬ ਹੁੰਦਾ ਕਿ ਇਹ ਐਂ ਮੁੜਿਆ ਆ, ਇਹ ਤਾਂ O ਟਰਨ ਹੈ, ਐਂ ਘੁੰਮੀ ਜਾਂਦੇ ਉੱਥੇ ਹੀ। ਹਜੇ ਵੀ BJP ਨੂੰ ਸ਼ਾਇਦ ਕਿਹਾ ਹੋਵੇ
ਕਿ ਕੋਈ ਗੱਲ ਨਹੀਂ, ਅਸੀਂ ਥੋੜ੍ਹਾ ਜਿਹਾ ਇਹਨਾਂ ਦਾ ਸੰਘਰਸ਼ ਜਿਹੜਾ ਕਿਸਾਨਾਂ ਦਾ ਉਹ ਠੰਡਾ ਪਾ ਦਈਏ, ਉਦੋਂ ਬਾਅਦ ਫਿਰ ਜਦੋਂ ਗੱਲ ਆਈ ਗਈ ਹੋਗੀ ਫਿਰ ਸਾਨੂੰ ਤੁਸੀਂ ਲੈ ਲਿਓ। ਇਹ ਵੀ ਗੱਲਾਂ ਚੱਲ ਰਹੀਆਂ। ਸੋ ਕਾਂਗਰਸ ਤੇ ਅਕਾਲੀ ਦਲ ਅੰਦਰ ਸਾਈਨ ਕਰਕੇ ਆਉਂਦੇ ਆ, ਬਾਹਰ ਵਿਰੋਧ ਕਰਦੇ ਆ। ਪਹਿਲੀ ਵਾਰ ਨਹੀਂ ਹੋਇਆ, SYL ਤੇ ਵੀ ਇਦਾਂ ਹੀ ਕੀਤਾ। ਇੱਕ ਨੇ ਸਰਵੇ ਦੀ ਪਰਮਿਸ਼ਨ ਦਿੱਤੀ, ਦੂਜੇ ਨੇ ਚਾਂਦੀ ਦੀ ਕਹੀ ਨਾ ਟੱਕ ਲਾ ਕੇ ਨਹਿਰ ਪੱਟਣ ਦੀ ਪਰਮਿਸ਼ਨ ਦਿੱਤੀ, ਤੇ ਹੁਣ ਦੋਨੋਂ ਬਾਹਰ ਆ ਕੇ ਪਾਣੀ ਦੇ ਰਾਖੇ ਕਹਿੰਦੇ ਨੇ। ਬਿਲਕੁਲ ਸੇਮ ਇਦਾਂ ਹੋਇਆ ਖੇਤੀ ਦੇ ਵੀ। ਚਲੋ ਇਹਨਾਂ ਬਾਰੇ ਤਾਂ ਲੋਕਾਂ ਨੂੰ ਪਤਾ ਲੱਗ ਗਿਆ, ਡਰਾਮਾ ਹੈ, ਲੋਕ ਵਿਰੋਧ ਵੀ ਕਰ ਰਹੇ ਨੇ, ਲੋਕਾਂ ਨੂੰ ਪਤਾ ਲੱਗ ਗਿਆ ਇਹਨਾਂ ਨੂੰ ਵੜਨ ਨਹੀਂ ਦਿੰਦੇ ਉੱਥੇ, ਇਹ ਕੋਸ਼ਿਸ਼ ਕਰ ਰਹੇ ਨੇ। ਤੇ ਅਕਾਲੀ ਦਲ ਉਸੇ ਦਿਨ ਹੀ, ਜਿਸ ਦਿਨ ਕਿਸਾਨਾਂ ਦਾ ਕੋਈ ਰੱਖਿਆ ਹੁੰਦਾ, ਕੋਈ ਸੱਦਾ ਦਿੱਤਾ ਹੁੰਦਾ, ਉਸ ਦਿਨ ਆਪਣਾ ਫੰਕਸ਼ਨ ਰੱਖ ਲੈਂਦੇ ਆ ਤਾਂ ਕਿ ਉਹ ਡੀਰੇਲ ਹੋ ਸਕੇ, ਜਿਹਨੂੰ ਕਿ ਲੋਕ ਸਮਝ ਚੁੱਕੇ ਨੇ। ਹੁਣ ਇਹਨਾਂ ਦੋਨਾਂ ਨੇ ਰਲ ਕੇ ਕਿਸਾਨ ਦੀ ਜਿਹੜੀ ਖੇਤੀ ਹੈ ਉਹ ਪੂੰਜੀਪਤੀਆਂ ਦੇ ਹੱਥ ਦੇਣ ਦੇ ਸਾਈਨ ਕਰਕੇ, ਤੇ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੁਣ ਹੋਰ ਦਿਖਾ ਰਹੇ ਨੇ। ਬਾਹਰ ਵਿਰੋਧੀ ਬਣ ਕੇ ਇਸ ਬਿੱਲ ਦੇ ਤੇ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਕਿਸਾਨਾਂ ਦਾ ਜਿਹੜੀ ਇਹਨਾਂ ਦੀ ਵੋਟ ਬੈਂਕ ਹੈ ਜਾਂ ਇਹਨਾਂ ਦੀ ਜ਼ਮੀਨ ਖੁਸਰੀ ਹੈ ਉਹ ਬਚਾ ਲਈਏ। ਆਮ ਆਦਮੀ ਪਾਰਟੀ, ਅਸੀਂ ਲੋਕ ਸਭਾ 'ਚ ਵਿਰੋਧ ਕੀਤਾ, ਰਾਜ ਸਭਾ 'ਚ ਵਿਰੋਧ ਹੋਇਆ। ਮੈਂ ਪਾਰਲੀਮੈਂਟ 'ਚ ਜਿੰਨਾ ਮੈਨੂੰ ਸਮਾਂ ਮਿਲਿਆ ਮੈਂ ਉਹਦੇ ਵਿੱਚ ਵੀ ਇਹੀ ਬੋਲਿਆ ਕਿ ਜੈ ਜਵਾਨ ਤੇ ਜੈ ਕਿਸਾਨ ਦੀ ਬਜਾਏ ਹੁਣ ਮਰ ਜਵਾਨ ਤੇ ਮਰ ਕਿਸਾਨ ਦੇ ਨਾਅਰੇ ਵੱਲ ਤੁਸੀਂ ਲੈ ਕੇ ਚੱਲੇ ਹੋ। ਕਿ ਜਿਵੇਂ ਜਾਨਵਰਾਂ ਦੇ ਚੈਨਲਾਂ ਤੇ ਆਪਾਂ ਦੇਖਦੇ ਹਾਂ ਕਿ ਸ਼ੇਰ ਸ਼ਿਕਾਰ ਕਰਦਾ ਤੇ ਮਿਹਨਤ ਕਰਦਾ ਸ਼ੇਰ ਸ਼ਿਕਾਰ ਆਪਦਾ, ਕਿਉਂਕਿ ਉਹਦਾ ਖਾਣਾ ਉਹੀ ਹੈ, ਤਾਂ ਲੱਕੜ ਬੱਗੇ ਆ ਕੇ ਸ਼ੇਰ ਨੂੰ ਭਜਾ ਦਿੰਦੇ ਨੇ। ਸ਼ੇਰ ਦੇਖਦਾ ਰਹਿੰਦਾ ਕਿ ਮੈਂ ਮਾਰਿਆ ਸੀ। ਬਿਲਕੁਲ ਸੇਮ ਉਸ ਲਾਚਾਰ ਸ਼ੇਰ ਵਰਗੀ ਹਾਲਤ ਪੰਜਾਬ ਦੇ ਕਿਸਾਨ ਦੀ ਕਰਨਗੇ ਕਿ ਵੱਡੇ ਵੱਡੇ ਪੂੰਜੀਪਤੀ ਆਉਣਗੇ ਤੇ ਉਹਦੀ ਜ਼ਮੀਨ 'ਚੋਂ ਉਹਦੇ ਨਾਲ ਐਗਰੀਮੈਂਟ ਕਰਕੇ ਆਪਦੀ ਮਰਜ਼ੀ ਦੇ ਕਲੌਜ਼ ਨੇ ਲੈ ਜਾਣਗੇ ਫਸਲਾਂ। ਤਾਂ ਅਸੀਂ ਇੱਕ ਜਿਹੜੇ ਪੰਚਾਇਤੀ ਐਕਟ ਦੇ ਮਾਹਰ ਨੇ ਉਹਨਾਂ ਨਾਲ ਗੱਲ ਕੀਤੀ। ਇੱਕ ਗ੍ਰਾਮ ਸਭਾ ਇੱਕ ਐਸਾ ਜ਼ਰੀਆ ਹੈ ਜਿਹੜੀ ਲੋਕਾਂ ਦੀ ਤਾਕਤ ਅਸਲ 'ਚ ਬਹੁਤ ਘੱਟ ਇਹਦੇ ਬਾਰੇ ਜਾਣਕਾਰੀ ਲੋਕਾਂ ਨੂੰ ਦਿੱਤੀ ਗਈ ਹੈ ਜਾਣ ਬੁੱਝ ਕੇ, ਤਾਂ ਕਿ ਲੋਕਾਂ ਨੂੰ ਪਤਾ ਨਾ ਲੱਗ ਜਾਵੇ ਉਹਨਾਂ ਦੇ ਹੱਕਾਂ ਦਾ। ਗ੍ਰਾਮ ਸਭਾ ਬੁਲਾ ਕੇ ਜੇ ਸਰਬਸੰਮਤੀ ਨਾਲ ਉਸ ਪਿੰਡ ਦੇ ਵਿੱਚ ਇਹਨਾਂ ਆਰਡੀਨੈਂਸਾਂ ਦੇ ਵਿਰੁੱਧ ਮਤਾ ਪੈ ਜੇ, ਮੈਂ ਨਹੀਂ ਕਹਿੰਦਾ ਕਿ ਗ੍ਰਾਮ ਸਭਾ ਨਾਲ ਕੋਈ ਗ੍ਰਾਮ ਸਭਾ ਜਿਹੜੀ ਹੈ ਉਹ ਪਾਰਲੀਮੈਂਟ ਦੇ ਜਾਂ ਵਿਧਾਨ ਸਭਾ ਦੇ ਬਣਾਏ ਹੋਏ ਐਕਟ ਨੂੰ ਰੋਕ ਸਕਦੀ ਹੈ, ਪਰ ਸੁਪਰੀਮ ਕੋਰਟ ਕੋਲ ਅਧਿਕਾਰ ਹੈ ਕਿ ਉਹ ਇਹਨਾਂ ਬਿੱਲਾਂ ਤੇ ਰੋਕ ਲਾ ਸਕਦੀ ਹੈ, ਕਾਨੂੰਨਾਂ ਤੇ ਰੋਕ ਲਾ ਸਕਦੀ ਹੈ। ਸੁਪਰੀਮ ਕੋਰਟ ਜਾਣ ਵਾਸਤੇ ਉਹ ਗ੍ਰਾਮ ਸਭਾ ਦਾ ਜਿਹੜਾ ਸਰਬਸੰਮਤੀ ਨਾਲ ਪਿਆ ਹੋਇਆ ਮਤਾ ਹੈ ਉਹ ਬਹੁਤ ਵੱਡਾ ਇੱਕ ਕਾਨੂੰਨੀ ਦਸਤਾਵੇਜ਼ ਡਾਕੂਮੈਂਟ ਬਣੂਗਾ। ਅਸੀਂ ਕਈ ਦਿਨਾਂ ਤੋਂ ਪਹਿਲਾਂ ਵੀ ਕਰ ਰਹੇ ਹਾਂ, ਅੱਜ ਵੀ ਤੁਹਾਡੇ ਕੋਲ ਸਪੈਸ਼ਲੀ ਆਏ ਹਾਂ। ਗ੍ਰਾਮ ਸਭਾ ਬੁਲਾਓ, ਪਿੰਡ ਬਚਾਓ, ਇਹ ਮੁਹਿੰਮ ਚਲਾ ਰਹੇ ਹਾਂ। ਅੱਜ ਮੀਟਿੰਗ ਵੀ ਐਸੇ ਕਰਕੇ ਹੋਈ ਚੰਡੀਗੜ੍ਹ ਚੀਫ ਮਿਨਿਸਟਰ ਨਾਲ ਜੀ। ਇੱਕ ਮਿੰਟ, ਮੈਂ ਸਵਾਲ ਤੁਸੀਂ ਕਰ ਲਿਓ ਬਾਅਦ 'ਚ, ਮੈਂ ਹੁਣ ਹੀ ਦੱਸਣਾ। ਗ੍ਰਾਮ ਸਭਾ ਬਾਰੇ ਮੈਂ ਸਰਲ ਤਰੀਕੇ ਨਾਲ ਤੁਹਾਡੇ ਜ਼ਰੀਏ ਦੱਸਣਾ ਚਾਹੁੰਦਾ। ਬਹੁਤ ਸਾਰਾ ਲੋਕਾਂ ਦੇ ਸਾਨੂੰ ਸਵਾਲ ਵੀ ਆਉਂਦੇ ਨੇ। ਹਰੇਕ ਪਿੰਡ ਦਾ 18 ਸਾਲ ਤੋਂ ਉੱਪਰ ਦਾ ਜਿਹਦੀ ਵੋਟ ਬਣੀ ਹੋਈ ਹੈ ਵਾਸੀ, ਉਹ ਆਪਣੇ ਪਿੰਡ ਦੀ ਗ੍ਰਾਮ ਸਭਾ ਦਾ ਬਾਈ ਡਿਫਾਲਟ ਆਪਣੇ ਆਪ ਹੀ ਮੈਂਬਰ ਹੈ। ਸਰਪੰਚ ਵਿਸ਼ੇਸ਼ ਹਾਲਾਤਾਂ 'ਚ ਨੋਟਿਸ ਦੇ ਕੇ, ਚਾਹੇ ਇੱਕ ਹਫ਼ਤੇ ਦਾ ਨੋਟਿਸ ਦੇ ਦੇ, 5 ਦਿਨ ਦਾ ਦੇ ਦੇ, ਉਹ ਗ੍ਰਾਮ ਸਭਾ ਬੁਲਾ ਸਕਦਾ ਹੈ। 5-4 ਦਿਨ ਬੁਨਿਆਦੀ ਕਰਨੀ ਪੈਂਦੀ ਹੈ, ਚਾਹੇ ਗੁਰੂ ਘਰ ਦੇ ਸਪੀਕਰਾਂ ਰਾਹੀਂ, ਚਾਹੇ ਢੋਲ ਵਜਾ ਕੇ, ਜੋ ਵੀ ਤਰੀਕੇ ਨੇ। ਤਾਂ ਪੰਚਾਇਤ ਸੈਕਟਰੀ BDO ਦੀ ਹਾਜ਼ਰੀ ਦੇ ਵਿੱਚ ਗ੍ਰਾਮ ਸਭਾ ਹੁੰਦੀ ਹੈ। ਉੱਥੇ ਕਾਰਵਾਈ ਰਜਿਸਟਰ ਦੇ ਵਿੱਚ ਇਹ ਮਤਾ ਪਾਇਆ ਜਾਂਦਾ ਕਿ ਇਹਦੇ ਹੱਕ 'ਚ ਕਿੰਨੇ ਨੇ ਤੇ ਇਹਦੇ ਵਿਰੋਧ 'ਚ ਕਿੰਨੇ ਨੇ, ਤੇ ਬਹੁਤ ਸੰਮਤੀ ਨਾਲ ਜਿਸ ਤਰੀਕੇ ਦਾ ਮਾਹੌਲ ਹੈ, ਮੈਨੂੰ ਨਹੀਂ ਲੱਗਦਾ ਕੋਈ ਵਿਰੋਧ 'ਚ ਜਿਹੜਾ ਵੋਟ ਪਾਉਣ ਤੋਂ ਕੋਈ ਖੁੰਝੂਗਾ, ਇਹਨਾਂ ਬਿੱਲਾਂ ਦਾ ਵਿਰੋਧ ਹੀ ਕਰੂਗਾ। ਤੇ ਗ੍ਰਾਮ ਸਭਾ ਦੇ ਨਾਲ ਇੱਕ ਤਾਂ ਲੋਕਾਂ ਨੂੰ ਉਹਦੀ ਸ਼ਕਤੀ ਦਾ ਪਤਾ ਲੱਗੂਗਾ ਕਿ ਉਹ ਗ੍ਰਾਮ ਸਭਾ ਜਿਹੜੀ ਹੈ ਪੰਚਾਇਤਾਂ ਦੇ ਫੈਸਲੇ ਵੀ ਬਦਲ ਸਕਦੀ ਹੈ। ਗ੍ਰਾਮ ਸਭਾ ਜਿਹੜੀ ਹੈ ਉਹ ਆਪਣੇ ਪਿੰਡ ਨਾਲ ਸੰਬੰਧਿਤ ਫੈਸਲੇ ਕਰ ਸਕਦੀ ਹੈ। ਇੱਕ ਤਾਂ ਇਹ ਗੱਲ ਹੈ। ਨੰਬਰ 2 ਤੇ ਜਿਹੜਾ ਕਿਸਾਨ ਵਿਰੋਧੀ ਬਿੱਲ ਕਿਹਾ ਜਾਂਦਾ, ਸਿਰਫ ਇਕੱਲਾ ਕਿਸਾਨ ਵਿਰੋਧੀ ਨਹੀਂ, ਇਹ ਲੋਕ ਵਿਰੋਧੀ ਹੈ। ਗ੍ਰਾਮ ਸਭਾ ਦੇ ਵਿੱਚ ਦੁਕਾਨਦਾਰ ਵੀ ਆਊਗਾ, ਗ੍ਰਾਮ ਸਭਾ 'ਚ ਰੇਹੜੀ ਵਾਲਾ ਵੀ ਆਊਗਾ, ਗ੍ਰਾਮ ਸਭਾ ਦੇ ਵਿੱਚ ਸਪੇਅਰ ਪਾਰਟ ਦੀ ਦੁਕਾਨ ਵਾਲਾ ਵੀ ਆਊਗਾ, ਗ੍ਰਾਮ ਸਭਾ ਦੇ ਵਿੱਚ ਦਾਤੀਆਂ ਕਈਆਂ ਬਣਾਉਣ ਵਾਲੇ ਵੀ ਆਉਣਗੇ, ਗ੍ਰਾਮ ਸਭਾ 'ਚ ਦਾਤੀਆਂ ਦੇ ਜਾਂ ਥ੍ਰੈਸ਼ਰਾਂ ਦੇ ਦਾਤਾਂ ਦੇ ਦੰਦੇ ਕੱਢਣ ਵਾਲੇ ਵੀ ਆਉਣਗੇ।
ਕਿਉਂਕਿ ਸਾਰੇ ਖੇਤੀ ਨਾਲ ਜੁੜੇ ਹੋਏ ਨੇ, ਤਾਂ ਇੱਕ ਲੋਕ ਲਹਿਰ ਬਣਦੀ ਹੈ। ਸੋ ਅੱਜ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਸਤੌਜ ਦੇ ਪਿੰਡ ਦਾ ਇੱਕ ਕਿਸਾਨ ਦਾ ਬੇਟਾ ਹੋਣ ਦੇ ਨਾਤੇ ਮੈਂ ਇਹ ਗੱਲ ਤੁਹਾਡੇ ਜ਼ਰੀਏ ਕਹਿਣ ਲੱਗਿਆ ਕਿ ਜਿਹਨੇ ਵੀ ਪੰਜਾਬ ਦੀ ਧਰਤੀ ਦੇ ਵਿੱਚ ਉੱਗੇ ਹੋਏ ਅਨਾਜ ਦੀ ਰੋਟੀ ਦੀ ਇੱਕ ਬੁਰਕੀ ਵੀ ਖਾਧੀ ਹੈ, ਪੰਜਾਬ ਦੀ ਧਰਤੀ ਚੋਂ ਨਿਕਲੇ ਹੋਏ ਪਾਣੀ ਦੀ ਇੱਕ ਘੁੱਟ ਵੀ ਪੀਤੀ ਹੈ। ਤੁਸੀਂ ਆਪੋ ਆਪਣੇ ਪਿੰਡਾਂ ਜਾ ਕੇ ਸਰਪੰਚਾਂ ਨਾਲ ਗੱਲ ਕਰੋ, ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲ ਕਰੋ, ਗ੍ਰਾਮ ਸਭਾ ਆਪਣੇ ਆਪਣੇ ਪਿੰਡ ਦੀ ਬੁਲਾਓ, ਮਤੇ ਪਾਸ ਕਰੋ ਤੇ ਬਹੁਤ ਵੱਡਾ ਕਾਨੂੰਨੀ ਦਸਤਾਵੇਜ਼ ਕੋਰਟਾਂ ਦੇ ਵਿੱਚ ਜਦੋਂ ਜਾਣਗੇ, ਜਥੇਬੰਦੀਆਂ ਜਾਣ, ਚਾਹੇ ਕਿਸਾਨ ਜਥੇਬੰਦੀਆਂ ਕੋਈ ਵੀ ਜਾਵੇ, ਤਾਂ ਬਹੁਤ ਵੱਡਾ ਕਾਨੂੰਨੀ ਦਸਤਾਵੇਜ਼ ਬਣੂਗਾ। ਜੇ ਸਰਪੰਚ ਨਹੀਂ ਮੰਨਦਾ, ਕੋਈ ਰੱਬ ਨਾ ਕਰੇ ਤਾਂ ਦਾ ਹੋਵੇ ਕੋਈ, ਜੇ ਨਹੀਂ ਮੰਨਦਾ ਕਿਸੇ ਪੋਲੀਟੀਕਲ ਪ੍ਰੈਸ਼ਰ ਥੱਲੇ ਜਾਂ ਕੋਈ ਹੋਰ ਉਹਦਾ ਕੋਈ ਕਾਰਨ ਹੋਵੇ, ਮੈਂ ਨਹੀਂ ਬੁਲਾਉਂਦਾ, ਤਾਂ ਪਿੰਡ ਦੇ 20% ਲੋਕ, ਉਸ ਪਿੰਡ ਦੀ 5ਵਾਂ ਹਿੱਸਾ ਆਬਾਦੀ ਵੋਟਰ ਲਿਖ ਕੇ BDO ਨੂੰ ਦੇ ਸਕਦੇ ਨੇ, ਬਲਾਕ ਡਿਵੈਲਪਮੈਂਟ ਅਫਸਰ ਨੂੰ, ਕਿ ਗ੍ਰਾਮ ਸਭਾ ਬੁਲਾਉਣੀ, ਉਹਨੂੰ ਬੁਲਾਉਣੀ ਹੀ ਪੈਂਦੀ ਹੈ ਮਹੀਨੇ ਦੇ ਵਿੱਚ ਥੱਲੇ, ਚਾਹੇ ਉਹ 4 ਦਿਨਾਂ ਬਾਅਦ ਬੁਲਾ ਲੇ, ਚਾਹੇ 20 ਦਿਨਾਂ ਬਾਅਦ, ਮੈਕਸੀਮਮ ਜਿਹੜੇ ਦਿਨ ਨੇ ਮਹੀਨਾ ਹੈ। ਸੋ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਹਦੇ ਬਾਰੇ ਵੀ ਕੁਝ ਸ਼ੰਕੇ ਪੈਦਾ ਕਰ ਰਹੇ ਨੇ। ਮੈਂ ਇਹ ਕਹਿਣਾ, ਫੇਰ ਕਹਿਣਾ ਤੁਹਾਡੇ ਜ਼ਰੀਏ, ਕਿ ਇਹਦੇ ਨਾਲ ਇਸ ਕਾਨੂੰਨ ਨੂੰ ਆਪਾਂ ਰੱਦ ਨਹੀਂ ਕਰ ਸਕਦੇ, ਪਰ ਇਸ ਕਾਨੂੰਨ ਦੇ ਵਿਰੁੱਧ ਜਿੱਥੇ ਵੀ ਹਾਈ ਕੋਰਟਾਂ ਜਾਂ ਕਿਸੇ ਵੀ ਪਲੇਟਫਾਰਮ ਤੇ ਜਾ ਕੇ ਕੋਈ ਕਾਨੂੰਨੀ ਦਸਤਾਵੇਜ਼ ਦੀ ਮੰਗ ਹੋਈ ਤਾਂ ਇਹ ਬਹੁਤ ਵੱਡਾ ਕਾਨੂੰਨੀ ਦਸਤਾਵੇਜ਼ ਹੈ। ਗ੍ਰਾਮ ਸਭਾ ਔਰ ਪੰਚਾਇਤ ਦੇ, ਇੱਕ ਮੈਂ ਹੋਰ ਗੱਲ ਸਪਸ਼ਟ ਕਰਨੀ ਚਾਹੁੰਦਾ, ਪੰਚਾਇਤ ਦੇ ਕਈ ਵਾਰੀ ਮੇਰੇ ਕੋਲ ਮਤੇ ਆਏ ਨੇ ਬਹੁਤ ਸਾਰੇ, ਪੰਚਾਇਤ ਦੇ ਲੈਟਰ ਪੈਡ ਤੇ ਉਹਨੂੰ ਤਾਂ BDO ਵੀ ਰੱਦ ਕਰ ਸਕਦਾ, ਉਹਦੀ ਕਾਨੂੰਨੀ ਮਾਨਤਾ ਹੈ। ਪੰਚਾਇਤ ਦੇ ਕਾਰਵਾਈ ਰਜਿਸਟਰ ਦੇ ਵਿੱਚ ਜਦੋਂ ਇਹ ਮਤਾ ਪਿਆ ਤਾਂ ਉਹਦੀ ਜਿਹੜੀ ਹੈ ਕਾਨੂੰਨੀ ਮਾਨਤਾ ਬਣਦੀ ਹੈ। ਸੋ ਗ੍ਰਾਮ ਸਭਾ ਦੀ ਸ਼ਕਤੀ ਜਿਹੜੀ ਹੈ, ਉਹਨੂੰ ਲੋਕਾਂ ਦੀ ਤਾਕਤ ਹੈ, ਅਸੀਂ ਲੋਕਾਂ ਨੂੰ ਦੱਸਣ ਲੱਗੇ ਹਾਂ। ਸੋ ਸੰਗਰੂਰ ਜ਼ਿਲ੍ਹੇ ਅਸੀਂ 1-2 ਵਾਰੀ ਪਹਿਲਾਂ ਵੀ ਇਦਾਂ ਦਾ ਇੱਕ ਦੋ ਪੰਚਾਇਤਾਂ ਨਾਲ ਸਾਡੇ ਰੌਲੇ ਪਏ ਸੀਗੇ ਕਿ MP ਲੈਟ ਦੇ ਪੈਸੇ ਨੂੰ ਪ੍ਰੋਪਰ ਤਰੀਕੇ ਨਾਲ ਜਿੱਥੇ ਚਾਹੁੰਦੇ ਸੀਗੇ ਲੋਕ ਉੱਥੇ ਨਹੀਂ ਲਾਇਆ ਜਾ ਰਿਹਾ ਸੀ, ਤਾਂ ਗ੍ਰਾਮ ਸਭਾ ਬੁਲਾਈ ਗਈ, ਪਰ ਗ੍ਰਾਮ ਸਭਾ ਤੋਂ ਪਹਿਲਾਂ ਹੀ ਸਰਪੰਚ ਜਿਹੜੇ ਨੇ ਉਹਨਾਂ ਨੇ ਆ ਕੇ ਕਹਿਤਾ ਕਿ ਜਿਵੇਂ ਕਹੋਗੇ ਕਰ ਲਓ ਜੀ, ਗ੍ਰਾਮ ਸਭਾ ਤੋਂ ਸਾਡਾ ਖਹਿੜਾ ਛੁਡਾ ਦਿਓ। ਸੋ ਗ੍ਰਾਮ ਸਭਾ ਬਹੁਤ ਵੱਡੀ ਤਾਕਤ ਹੈ ਲੋਕਾਂ ਦੀ, ਇਹ ਜੜ ਹੈ ਡੈਮੋਕ੍ਰੇਸੀ ਦੀ। ਗ੍ਰਾਮ ਸਭਾ ਬੁਲਾਓ, ਪਿੰਡ ਬਚਾਓ, ਇਹ ਮੁਹਿੰਮ ਅਸੀਂ ਸ਼ੁਰੂ ਕਰ ਰਹੇ ਹਾਂ। ਤੁਹਾਨੂੰ ਇੱਕ ਹੈਲਪਲਾਈਨ ਨੰਬਰ ਵੀ ਦੇਵਾਂਗੇ, ਜਿੱਥੇ ਕੋਈ ਜਾਣਕਾਰੀ ਲੈਣੀ ਅਸੀਂ ਦੇ ਸਕਦੇ ਹਾਂ। ਤੇ ਫਿਰ ਨਾਲ ਵਾਰਡਾਂ ਦੇ ਵਿੱਚ, ਜਾਂ ਜਿਵੇਂ ਲੁਧਿਆਣਾ ਸ਼ਹਿਰ ਹੈ ਉਹਦੇ ਵਿੱਚ ਵੀ ਅਸੀਂ ਦਸਤਖਤ ਮੁਹਿੰਮ ਚਲਾਵਾਂਗੇ ਕਿ ਲਿਖ ਕੇ ਜਾਓ, ਲੋਕ ਸਾਈਨ ਕਰ ਦੇਣ ਜਿਹੜੇ ਇਹਦੇ ਵਿਰੁੱਧ ਨੇ, ਕਿਉਂਕਿ ਉਹਨਾਂ ਦੇ ਵੀ ਧੰਦੇ ਕਿਤੇ ਨਾ ਕਿਤੇ ਖੇਤੀ ਨਾਲ ਹੀ ਜੁੜੇ ਹੋਏ ਨੇ। ਐਗਰੀਰੀਅਨ ਸਟੇਟ ਹੈ, ਚਾਹੇ ਉਹ ਆੜ੍ਹਤੀਏ ਨੇ, ਚਾਹੇ ਟਰਾਂਸਪੋਰਟਰ ਨੇ, ਪੱਲੇਦਾਰ ਨੇ, ਖੇਤ ਮਜ਼ਦੂਰ ਨੇ, ਹਰ ਇੱਕ ਬੰਦੇ ਦਾ ਕੰਮ ਜਿਹੜਾ ਪ੍ਰਭਾਵਿਤ ਹੋਊਗਾ। ਮੰਡੀਕਰਨ ਦਾ ਢਾਂਚਾ ਹੀ ਖਤਮ ਹੋ ਜਾਊਗਾ। ਜਿਸ ਤਰ੍ਹਾਂ ਜੀਓ ਵਾਲਿਆਂ ਨੇ, ਮੈਂ 24 ਜੂਨ ਨੂੰ ਆਲ ਪਾਰਟੀ ਮੀਟਿੰਗ ਦੇ ਵਿੱਚ ਕਿਹਾ ਸੀ ਕਿ ਕੈਪਟਨ ਸਾਹਿਬ, ਜਿਸ ਤਰ੍ਹਾਂ ਜੀਓ ਵਾਲਿਆਂ ਨੇ ਸਿਮ ਦਿੱਤੇ ਸੀ ਪਹਿਲਾਂ ਫ੍ਰੀ, ਬਾਅਦ ਜਦੋਂ ਕਸਟਮਰ ਬਣ ਗਏ ਤਾਂ ਉਹ ਆਪਦੀ ਮਨਮਰਜ਼ੀ ਦੇ ਰੇਟ ਲਾਉਣ ਲੱਗ ਗਏ ਸੀ, ਬਿਲਕੁਲ ਇਸੇ ਤਰ੍ਹਾਂ ਹੋਊਗਾ। ਹੋ ਸਕਦਾ ਪਹਿਲਾਂ ਜ਼ਿਆਦਾ ਪੈਸੇ ਦੇ ਦੇਣ, MSP ਤੋਂ ਜ਼ਿਆਦਾ ਰੇਟ ਦੇ ਦੇਣ। ਇਹੀ ਗੱਲਾਂ ਦੋਨੇ ਸੁਖਬੀਰ ਬਾਦਲ ਨੇ ਆਪਣੀ ਪਾਰਲੀਮੈਂਟ ਦੀ ਸਪੀਚ 'ਚ ਬੋਲੀਆਂ ਸੀ, ਪਰ ਬੋਲੀਆਂ 3 ਮਹੀਨੇ ਲੇਟ ਸੀ, ਕਿਉਂਕਿ ਜਦੋਂ ਮੈਂ ਉਸ ਵੇਲੇ ਵੀ ਸੁਖਬੀਰ ਬਾਦਲ ਸੁਣ ਰਿਹਾ ਸੀ ਜਿਸ ਵੇਲੇ ਆਲ ਪਾਰਟੀ ਮੀਟਿੰਗ 24 ਜੂਨ ਨੂੰ ਹੋਈ ਸੀ। ਸੋ ਇਹਨਾਂ ਦੋਨਾਂ ਪਾਰਟੀਆਂ ਦੇ ਚਿਹਰੇ ਨੰਗੇ ਹੋ ਗਏ। ਆਮ ਆਦਮੀ ਪਾਰਟੀ ਲੋਕਾਂ 'ਚੋਂ ਨਿਕਲੀ ਹੋਈ ਪਾਰਟੀ ਹੈ। ਪਹਿਲੇ ਦਿਨ ਤੋਂ ਅਸੀਂ ਵਿਰੋਧ ਕਰ ਰਹੇ ਹਾਂ, ਜਿਸ ਦਿਨ ਤੋਂ ਇਹ ਆਰਡੀਨੈਂਸ ਦੀ ਗੱਲ ਚੱਲੀ ਹੈ, ਚਾਹੇ ਵਿਧਾਨ ਸਭਾ 'ਚ ਮਤਾ ਲੈ ਕੇ ਆਉਣ ਦੀ ਗੱਲ ਹੋਵੇ, ਉਹ ਮਤੇ ਦਾ ਅਸੀਂ ਪਹਿਲਾਂ ਵੀ, ਉਦੋਂ ਵੀ ਵਿਰੋਧੀ ਪਾਰਟੀ ਹੁੰਦੇ ਹੋਏ ਵੀ ਸਮਰਥਨ ਕੀਤਾ ਸੀ। ਇਹਨਾਂ ਨੇ ਵਾਕਆਊਟ ਕੀਤਾ ਸੀ। ਇਹ ਤਾਂ ਕਰੋਨਾ ਦਾ ਬਹਾਨਾ ਲਾ ਕੇ ਉੱਥੋਂ ਨਿਕਲ ਗਏ ਸੀਗੇ। ਸੋ ਹੁਣ ਤੱਕ ਇਹ ਬਹੁਤ ਵਧੀਆ ਕਾਨੂੰਨ ਕਹਿੰਦੇ ਰਹੇ। ਈਵਨ ਅਸਤੀਫਾ ਦੇਣ ਤੋਂ ਬਾਅਦ ਵੀ ਇੱਕ ਪ੍ਰਾਈਵੇਟ ਚੈਨਲ ਤੇ ਅੰਗਰੇਜ਼ੀ ਦੇ ਵਿੱਚ ਇੰਟਰਵਿਊ ਕਰਦੇ ਹੋਏ ਹਰਸਿਮਰਤ ਕੌਰ ਨੇ ਕਿਹਾ ਕਿ ਮੈਂ ਨਹੀਂ ਕਹਿੰਦੀ ਇਹ ਕਿਸਾਨ ਵਿਰੋਧੀ ਹੈ, ਕਿਸਾਨ ਕਹਿੰਦੇ ਨੇ ਸਾਡੇ ਵਿਰੋਧੀ। ਸੋ ਇਹਨਾਂ ਦਾ ਕਿਤੇ ਨਾ ਕਿਤੇ ਅੰਦਰਲਾ ਚਿਹਰਾ ਜਿਹੜਾ ਹੈ ਉਹ ਸਾਹਮਣੇ ਆ ਗਿਆ। ਹੁਣ ਹੈਲੀਕਾਪਟਰਾਂ ਵਾਲੇ ਜਦੋਂ ਟਰੈਕਟਰਾਂ ਤੇ ਉਤਰਿਆ, ਇਹਦਾ ਮਤਲਬ ਲੋਕਾਂ ਦੀ ਜਿੱਤ ਹੈ। ਇਹਨੂੰ ਮੈਂ ਪਬਲਿਕ ਦੀ ਜਿੱਤ ਕਹੂੰਗਾ ਕਿ ਇਹ ਉਹਨਾਂ ਦੇ ਪ੍ਰੈਸ਼ਰ ਕਰਕੇ ਇੱਥੇ ਆਏ ਨੇ। ਆਮ ਆਦਮੀ ਪਾਰਟੀ ਹਮੇਸ਼ਾ ਉਹਨਾਂ ਦੇ ਨਾਲ ਖੜੂ। ਕੋਈ ਵੀ ਪ੍ਰੋਗਰਾਮ ਕਿਸਾਨ ਜਥੇਬੰਦੀਆਂ ਦਿੰਦੀਆਂ ਨੇ, ਅਸੀਂ ਉਸ ਦਿਨ ਭਾਵੇਂ ਸਾਡਾ ਪਹਿਲਾਂ ਤੋਂ ਕੋਈ ਪ੍ਰੋਗਰਾਮ ਦਿੱਤਾ ਹੋਵੇ ਉਹਨੂੰ ਕੈਂਸਲ ਕਰਕੇ ਉਹਨਾਂ ਦਾ ਸਮਰਥਨ ਕਰਾਂਗੇ। ਅਸੀਂ ਇਹਨਾਂ ਵਾਂਗੂ ਇਹ ਨਹੀਂ ਕਰਦੇ ਕਿ ਕਿਸਾਨ ਜਥੇਬੰਦੀਆਂ ਨੇ ਕਦੋਂ ਦਾ ਬੰਦ ਦਾ ਸੱਦਾ ਦਿੱਤਾ 25 ਸਤੰਬਰ ਨੂੰ, ਇਹਨਾਂ ਨੇ ਆ ਕੇ ਚੱਕਾ ਜਾਮ ਦਾ ਦਿੱਤਾ। ਬੰਦ ਤੇ ਚੱਕਾ ਜਾਮ 'ਚ ਕੀ ਫਰਕ ਹੁੰਦਾ ਜੀ? ਤੇ ਫਿਰ ਚੱਕਾ ਜਾਮ ਵਾਲੇ ਦਿਨ ਟਰੈਕਟਰ ਕੱਢ ਲਏ,
ਕਿ ਚੱਕਾ ਜਾਮ ਕਾਹਦਾ ਹੋ ਗਿਆ ਜੀ। ਸੋ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਕਿ ਕੀ ਕਰਨਾ ਕੀ ਨਹੀਂ ਕਰਨਾ। ਸੋ ਹੁਣ ਸਾਡੇ MLAs ਨੇ ਵੀ ਅਪੀਲ ਕੀਤੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ, ਹੁਣ ਗੁਰਦੁਆਰਾ ਸਾਹਿਬਾਂ ਦੇ ਵਿੱਚ ਚਲੇ ਗਏ। ਹੁਣ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦੇ ਵਿੱਚੋਂ ਪੋਲੀਟੀਕਲ ਰੈਲੀਆਂ ਹੋ ਰਹੀਆਂ ਨੇ, ਕਿਉਂਕਿ ਬਾਹਰ ਤਾਂ ਲੋਕ ਇਹਨਾਂ ਨੂੰ ਇਕੱਠੇ ਹੋਣ ਨਹੀਂ ਦਿੰਦੇ, ਵੜਨ ਨਹੀਂ ਦਿੰਦੇ। ਸੋ ਹੁਣ ਇਹ ਧਰਮ ਨੂੰ ਵਰਤ ਰਿਹਾ ਰਾਜਨੀਤੀ ਵਾਸਤੇ, ਇਹਦੀ ਵੀ ਅਸੀਂ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ। ਜਿੰਨੇ ਵੀ, ਚਾਹੇ ਉਹ ਰੈਲੀ ਕੀਤੀ ਇਹਨਾਂ ਨੇ ਮੱਥਾ ਟੇਕਣ ਦੇ ਬਹਾਨੇ ਉੱਥੇ ਦਮਦਮਾ ਸਾਹਿਬ, ਤਲਵੰਡੀ ਸਾਹਿਬ, ਭੱਠਾ ਸਾਹਿਬ, ਹਾਂਜੀ ਆਲਮਗੀਰ, ਹੁਣ ਇਹ ਗੁਰਦੁਆਰਿਆਂ 'ਚ ਵਾਪਸ ਆ ਗਏ। ਮੈਂ ਪਹਿਲਾਂ ਵੀ ਕਿਹਾ ਸੀ, ਮੈਂ ਅੱਜ ਵੀ ਕਹਿਣਾ, 32 ਦੰਦ ਨੇ ਮੇਰੇ, 32 ਦੰਦਾਂ ਦੀ ਗੱਲ ਸੱਚੀ ਹੋ ਜਾਂਦੀ ਹੈ ਕਿ ਅਕਾਲੀ ਦਲ 1920 'ਚ ਸ਼ੁਰੂ, 2019 'ਚ ਖਤਮ। ਆ ਤਾਂ ਹੁਣ ਛੋਟੇ ਮੋਟੇ ਉਹੀ ਉਹ ਕਰਾ ਰਹੇ ਨੇ, ਜਿਹੜੀਆਂ ਫਾਰਮੈਲਿਟੀਆਂ ਜਿਹੜੀਆਂ ਰਹਿ ਗਈਆਂ ਉਹ ਚੱਲ ਰਹੀਆਂ ਨੇ। ਨਿਮੇੜ ਤਾਂ ਇਹ 19 'ਚ ਹੀ ਦਿੱਤਾ ਸੀ ਲੋਕਾਂ ਨੇ, ਕਿਉਂਕਿ ਹਸਬੈਂਡ ਵਾਈਫ ਹੀ ਰਹਿ ਗਏ ਦੋਨੇ, ਉਹ ਵੀ ਕਾਂਗਰਸ ਨਾਲ ਸਮਝੌਤਾ ਕਰਕੇ 8 ਟਿਕਟਾਂ ਦੇਣ ਨੂੰ ਬੰਦੇ ਨਹੀਂ ਲੱਭੇ ਸੀ ਇਹਨਾਂ ਨੂੰ। 3 ਟਿਕਟਾਂ ਤਾਂ ਚਲੋ BJP ਕੋਲ ਜਾਂਦੀਆਂ ਸੀ। ਸੋ ਇਸ ਕਰਕੇ ਗ੍ਰਾਮ ਸਭਾ ਬੁਲਾਓ ਤੇ ਪਿੰਡ ਬਚਾਓ ਦੀ ਮੁਹਿੰਮ ਅਸੀਂ ਕਰਨ ਲੱਗਿਆ। ਕੱਲ ਨੂੰ ਸਾਡੇ ਘਰਾਚੋਂ ਪਿੰਡ ਹੈ ਜੀ, ਵੱਡਾ ਪਿੰਡ ਹੈ, ਉੱਥੇ 10 ਵਜੇ ਗ੍ਰਾਮ ਸਭਾ ਹੋ ਰਹੀ ਹੈ। ਉਹਨਾਂ ਨੇ 23 ਤਰੀਕ ਨੂੰ ਨੋਟਿਸ ਪਾਇਆ ਸੀਗਾ। ਸੰਗਰੂਰ ਜ਼ਿਲ੍ਹੇ ਦੇ ਘਰਾਚੋਂ ਪਿੰਡ 'ਚ ਕੱਲ ਨੂੰ 10 ਵਜੇ ਗ੍ਰਾਮ ਸਭਾ ਹੈ। ਮੀਡੀਆ ਉੱਥੇ ਆਊਗਾ, ਲਾਈਵ ਦਿਖਾਈ ਜਾਊਗੀ ਉਹ ਗ੍ਰਾਮ ਸਭਾ, ਤੇ ਲੋਕਾਂ ਨੂੰ ਪਤਾ ਲੱਗੂ। ਉਸ ਤੋਂ ਬਾਅਦ ਈਜ਼ੀ ਹੋ ਜਾਊਗਾ ਲੋਕਾਂ ਨੂੰ ਕਿ ਕੀ ਹੁੰਦਾ ਇਹ। ਹਜੇ ਥੋੜ੍ਹੇ ਸ਼ੰਕੇ ਜਾਂ ਥੋੜ੍ਹੇ ਜਿਹੇ ਸਵਾਲ ਨੇ, ਸੋ ਬਹੁਤ ਈਜ਼ੀ ਤਰੀਕੇ ਨਾਲ ਕੱਲ ਨੂੰ ਅਸੀਂ ਸਮਝਾ ਦਾਂਗੇ। ਘਰਾਚੋਂ ਪਿੰਡ ਤੋਂ ਕੱਲ ਨੂੰ ਸੰਗਰੂਰ ਜ਼ਿਲ੍ਹੇ ਦੇ 6-7 ਪਿੰਡਾਂ ਦੀ ਗ੍ਰਾਮ ਸਭਾ ਹੈਗੀ ਹੈ, ਜਿਨ੍ਹਾਂ ਨੇ 23 ਤਰੀਕ ਨੂੰ ਕਾਨੂੰਨੀ ਨੋਟਿਸ ਦਿੱਤੇ ਸੀਗੇ ਕਿ ਅਸੀਂ ਗ੍ਰਾਮ ਸਭਾ ਬੁਲਾਉਣੀ ਹੈ। ਗ੍ਰਾਮ ਸਭਾ ਦੀ ਤਾਕਤ ਦਾ ਕੱਲ ਨੂੰ ਤੁਹਾਨੂੰ ਪਤਾ ਲੱਗ ਜਾਊਗਾ। 1 ਮਿੰਟ ਲਈ ਮੈਂ ਅੱਧੇ ਮਿੰਟ ਲਈ ਜਰਨੈਲ ਸਿੰਘ ਜੀ ਨੂੰ ਕਹੂੰਗਾ, ਉਹ ਤੋਂ ਬਾਅਦ ਮੈਂ ਹੈਗਾ ਇੱਥੇ। ਜਿੰਨਾ ਚਿਰ ਤੁਹਾਡਾ ਆਖਰੀ ਸਵਾਲ ਨਹੀਂ ਹੁੰਦਾ ਜਾਂਦੇ ਨਹੀਂ, ਅਸੀਂ ਕਿਹੜਾ ਕਿਸੇ ਗੱਲੋਂ ਕਾਣੇ ਆ। ਬਹੁਤ ਬਹੁਤ ਧੰਨਵਾਦ ਭਗਵੰਤ ਮਾਨ ਸਾਹਿਬ, ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ। ਕੁਝ ਲੈਟਰ ਪੈਡ ਤੇ ਆਏ ਨੇ ਕਿ ਅਸੀਂ ਵਿਰੋਧ ਕਰਦੇ ਹਾਂ, ਹੈਨਾ, ਤੇ ਹਰ ਹੀਲੇ ਇਹਨੂੰ ਵਾਪਸ ਕਰਵਾਵਾਂਗੇ। ਗ੍ਰਾਮ ਪੰਚਾਇਤ ਗੁਰੂ ਨਾਨਕ ਨਗਰ ਬਲਾਕ 1 ਦੁਗਰੀ, ਧਾਂਦਰਾ ਰੋਡ ਦੁਗਰੀ, ਤੇ ਗ੍ਰਾਮ ਪੰਚਾਇਤ ਸ਼ਹੀਦ ਭਗਤ ਸਿੰਘ ਨਗਰ ਧਾਂਦਰਾ ਰੋਡ, ਗ੍ਰਾਮ ਪੰਚਾਇਤ ਗੁਰੂ ਤੇਗ ਬਹਾਦਰ ਨਗਰ, ਇਹ ਆਏ ਨੇ। ਇੱਕ ਮਿੰਟ ਆ ਦੇਖੋ। ਤੇ ਪਰ ਮੈਂ ਇਹ ਫੇਰ ਕਹਿਣਾ, ਇਹ ਤਾਂ ਸਿਰਫ ਤੁਹਾਡਾ ਇੱਕ ਤੁਸੀਂ ਕਹਿਤਾ ਦੱਸਤਾ, ਪਰ ਇਹਦੀ ਕਾਨੂੰਨੀ ਮਾਨਤਾ ਨਹੀਂ। ਇਹਨੂੰ ਤਾਂ ਵੀਡੀਓ ਵੀ ਰੱਦ ਕਰ ਸਕਦਾ। ਕਾਰਵਾਈ ਪੰਚਾਇਤ ਦੇ ਕਾਰਵਾਈ ਰਜਿਸਟਰ ਦੇ ਵਿੱਚ ਨੋਟਿਸ ਦੇਣਾ ਸਰਪੰਚ ਨੇ ਕਿ ਅਸੀਂ ਇੰਨੀ ਤਰੀਕ ਨੂੰ ਆਪਣੇ ਪਿੰਡ ਦੀ ਗ੍ਰਾਮ ਸਭਾ ਬੁਲਾ ਰਹੇ ਹਾਂ, ਤੇ ਉਸ ਤੋਂ ਬਾਅਦ ਜੋ ਗ੍ਰਾਮ ਸਭਾ ਦਾ ਫੈਸਲਾ ਹੋਊਗਾ ਉਹਨੂੰ ਵੀ ਕਾਰਵਾਈ ਰਜਿਸਟਰ ਦੇ ਵਿੱਚ ਪਾਉਣਾ ਹੈ। ਉਹਦੀ ਇੱਕ ਕਾਪੀ ਪੰਚਾਇਤ ਸੈਕਟਰੀ ਨੂੰ, ਇੱਕ ਬਲਾਕ ਡਿਵੈਲਪਮੈਂਟ ਅਫਸਰ ਨੂੰ, ਤੇ ਇੱਕ SDM ਨੂੰ। SDM ਨੂੰ ਤੁਸੀਂ ਉਹਦੀ ਕਾਪੀ ਦੇ ਕੇ ਨਾਲ ਮੰਗ ਪੱਤਰ ਵੀ ਦੇ ਸਕਦੇ ਹੋ ਇਸ ਤਰ੍ਹਾਂ ਦੇ ਲੈਟਰ ਪੈਡ ਤੇ ਕਿ ਇਹ ਜਿਹੜਾ ਸਾਡਾ ਮਤਾ ਹੈ ਇਹ ਪ੍ਰਧਾਨ ਮੰਤਰੀ ਤੱਕ ਜਾਂ ਰਾਸ਼ਟਰਪਤੀ ਤੱਕ ਪਹੁੰਚਾਇਆ ਜਾਵੇ। ਜਦੋਂ ਉਹਨਾਂ ਦੀ ਡਾਕ ਦੇ ਵਿੱਚ 14,000 ਦੇ ਲਗਭਗ ਤਾਂ ਇਕੱਲੇ ਪੰਜਾਬ 'ਚੋਂ ਪੰਚਾਇਤਾਂ ਦੇ ਜਿਹੜੇ ਗ੍ਰਾਮ ਸਭਾ ਦੇ ਮਤੇ ਗਏ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਪਤਾ ਲੱਗੂ ਕਿ ਅਸੀਂ ਪਤਾ ਨਹੀਂ ਕਿਹੜੀਆਂ ਐਨਕਾਂ ਲਾ ਕੇ ਇੱਕ ਬਿੱਲ ਪਾਸ ਕਰ ਬੈਠੇ ਜਿਹਦੇ 'ਚ ਲੋਕ ਵਿਰੋਧ ਕਰ ਰਹੇ। ਸੁਖਬੀਰ ਬਾਦਲ ਨੇ ਕਿਹਾ ਆ ਕਿ NDA ਦੇ ਵਿੱਚ 7 ਸਾਲ ਰਹਿੰਦੇ ਸਮੇਂ ਸਾਨੂੰ ਕੋਈ ਬਿੱਲ ਦਾ ਪਤਾ ਹੀ ਨਹੀਂ ਲੱਗਿਆ, ਕਿਸੇ ਚੀਜ਼ ਦਾ ਪਤਾ ਨਹੀਂ, ਅਸੀਂ ਅਖਬਾਰਾਂ ਤੋਂ ਫਿਰ ਰਹਿੰਦੇ ਕੀ ਕਰਦੇ ਰਹੇ 7 ਸਾਲ? ਫਿਰ ਉੱਤੇ ਸਿਰਫ ਇੰਜੋਏ ਕਰਦੇ ਰਹੇ ਆਪਣੀ ਕੁਰਸੀ ਨੂੰ। ਸਿਰਫ ਜਦੋਂ ਪੰਜਾਬ ਸਰਕਾਰ ਚੱਲ ਰਹੀ ਸੀ ਉਦੋਂ ਵੀ ਨਹੀਂ ਪਤਾ ਸੀ। ਸੋ ਜੇ NDA 'ਚ ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਸੀ, ਫਿਰ ਇਹ ਬਾਰ-ਬਾਰ ਮੋਦੀ ਸਰਕਾਰ, ਸਾਡੀ ਸਰਕਾਰ, ਤੁਹਾਡੀ ਆਪਣੀ ਸਰਕਾਰ, ਜਾਂ ਫਿਰ 3 ਮਹੀਨੇ ਬਿੱਲਾਂ ਬਾਰੇ ਕਿ ਬਿੱਲ ਬਹੁਤ ਵਧੀਆ ਨੇ ਸਮਝਾਉਂਦੇ ਕਿ ਰਹੇ, ਜਦੋਂ ਉਹਨਾਂ ਨੂੰ ਪੁੱਛਿਆ ਹੀ ਨਹੀਂ ਕਦੇ ਕਿਸੇ ਨੇ। ਪ੍ਰਧਾਨ ਮੰਤਰੀ ਲਾਈਵ ਹੋਈ ਸੀ, ਉਹਨੇ ਕਹੀ ਕਿਸਾਨਾਂ ਨੂੰ ਅਧਿਕਾਰ ਦਿਵਾਉਣਾ ਚਾਹੁੰਦੇ ਆ, ਪਰ ਇਹ ਵਿਰੋਧ ਕਿਸ ਤਰ੍ਹਾਂ ਦਾ? ਦੇਖੋ ਜੀ, ਪ੍ਰਧਾਨ ਮੰਤਰੀ ਜੀ ਪੂੰਜੀਪਤੀਆਂ ਲਈ ਕੰਮ ਕਰਦੇ ਨੇ। ਕਦੋਂ ਪੂਰੇ ਦੇਸ਼ ਦੇ ਵਿੱਚ ਕਦੋਂ ਪ੍ਰਦਰਸ਼ਨ ਹੋਏ, ਕਿਸਾਨਾਂ ਨੇ ਮੰਗ ਪੱਤਰ ਦਿੱਤੇ ਜਾਂ ਕਿਸਾਨ ਸੜਕਾਂ ਤੇ ਆਏ ਕਿ ਇਹੋ ਜਿਹਾ ਕਾਨੂੰਨ ਬਣਾਓ ਨਹੀਂ ਤਾਂ ਅਸੀਂ ਮਾਰੇ ਜਾਵਾਂਗੇ? ਕਦੋਂ ਹੋਏ ਅਸੀਂ? ਨੋ। ਕਾਨੂੰਨ ਬਣਨ ਤੋਂ ਬਾਅਦ ਲੋਕ ਸੜਕਾਂ ਤੇ ਆਉਂਦੇ ਆ। ਕਦੋਂ ਲੋਕਾਂ ਨੇ, ਦੇਸ਼ ਦੇ ਲੋਕਾਂ ਨੇ ਕਿਹਾ ਸੀ ਜੀ ਨੋਟਬੰਦੀ ਕਰ ਦਿਓ ਨਹੀਂ ਤਾਂ ਬਹੁਤ ਖਤਮ ਹੋ ਜਾਗੇ ਅਸੀਂ ਤਾਂ? ਕਦੋਂ ਲੋਕਾਂ ਨੇ, ਸਟੇਟਾਂ ਨੇ ਕਿਹਾ ਸੀਗਾ ਕਿ GST ਲੈ ਆਓ ਨਹੀਂ ਅਸੀਂ ਮਾਰੇ ਜਾਵਾਂਗੇ? ਕਦੋਂ ਕਿਹਾ ਸੀਗਾ ਕਿ NRC ਦਾ ਕਾਨੂੰਨ ਲੈ ਆਓ? ਇਹ ਸਰਕਾਰ ਕਾਨੂੰਨ ਬਣਾਉਂਦੀ ਹੈ, ਬਾਅਦ ਚ ਸੜਕਾਂ ਤੇ ਲੋਕ ਪੁਤਲੇ ਲੈ ਕੇ ਮੁਰਦਾਬਾਦ ਦੇ ਨਾਰੇ ਲੈ ਕੇ ਆਉਂਦੇ ਨੇ। ਇਹ ਸਰਕਾਰ ਕਿਹਨੂੰ ਪੁੱਛਦੀ ਹੈ? ਸਿਰਫ ਪੂੰਜੀਪਤੀਆਂ ਨੂੰ। ਬਦਕਿਸਮਤੀ ਦੀ ਗੱਲ ਹੈ ਕਿ ਇਤਿਹਾਸ 'ਚ ਕਦੇ ਨਹੀਂ ਹੋਇਆ ਕਿ ਜਦੋਂ ਪ੍ਰਧਾਨ ਮੰਤਰੀ ਆਪਣੇ ਮੁਲਕ ਦਾ ਕਿਸੇ ਵਿਦੇਸ਼ ਦੇ ਦੌਰੇ ਤੇ ਜਾਂਦਾ ਉਹਦੇ ਨਾਲ ਵਪਾਰੀ ਜਾਂਦੇ ਹੋਣ ਉਸੇ ਜਹਾਜ਼ 'ਚ। ਹਾਂ, ਉੱਥੇ ਕੋਈ ਮਿਲ ਜੇ ਅਲੱਗ ਗੱਲ ਹੈ, ਨਾਲ ਜਾਂਦੇ ਰਹੇ ਨੇ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਕਾਨੂੰਨ, ਮਤਲਬ ਜਿਹੜੇ ਪੂੰਜੀਪਤੀ ਨੇ ਉਹਨਾਂ ਦੇ ਪ੍ਰਤੀਨਿਧੀ ਬਣ ਕੇ ਕੰਮ ਕਰ ਰਹੇ ਨੇ। ਇਸੇ ਕਰਕੇ
ਜਿਹੜਾ ਵਿਰੋਧ ਹੋ ਰਿਹਾ ਨਹੀਂ ਹੈ, ਮੈਂ ਤਾਂ ਇਹ ਵੀ ਕਿਹਾ ਪਾਰਲੀਮੈਂਟ 'ਚ ਤੁਸੀਂ ਐਂ ਕਰੋ, ਪੰਜਾਬ ਤੇ ਹਰਿਆਣਾ ਦਾ ਪ੍ਰੋਕਿਉਰਮੈਂਟ ਸਿਸਟਮ ਇਨਫਰਾਸਟ੍ਰਕਚਰ ਸਾਡਾ ਬਹੁਤ ਵਧੀਆ ਹੈ, MSP ਇੱਥੇ ਮਿਲਦੀ ਹੈ, ਇਸੇ ਕਰਕੇ ਬਾਹਰਲੇ ਸੂਬੇ ਤੋਂ ਵੀ ਆਪਣਾ ਫਸਲ ਵੇਚਣ ਆਉਂਦੇ ਨੇ। ਤੁਸੀਂ ਪੰਜਾਬ ਤੇ ਹਰਿਆਣਾ ਨੂੰ ਛੱਡ ਲਓ, ਬਾਕੀ ਮੁਲਕ ਦੇ ਵਿੱਚ ਕ੍ਰਾਂਤੀ ਲਿਆ ਕੇ ਦਿਖਾ ਦਿਓ, ਉਦੋਂ ਬਾਅਦ ਸਾਡੇ ਨਾਲ ਗੱਲ ਕਰ ਲਿਓ। ਇਹੀ ਕਾਨੂੰਨ APMC ਇਹਨਾਂ ਨੇ ਉੱਥੇ ਰੱਦ ਕਰਕੇ ਦੇਖਿਆ ਬਿਹਾਰ 'ਚ, ਉਹ ਫਲॉप ਹੋ ਗਿਆ। ਸਰ ਯੂਥ ਕਾਂਗਰਸ ਦੇ ਵਰਕਰਾਂ ਨੇ ਕੱਲ ਇੰਡੀਆ ਗੇਟ 'ਚ ਟਰੈਕਟਰ ਸਾੜਿਆ ਸਰ, ਇਹ ਕਿਸਾਨਾਂ ਦੇ ਵਿੱਚ। ਇੱਕ ਮਿੰਟ ਇੱਕ ਗੱਲ ਬੋਲ ਯਾਰ ਸਰ ਦੇਖੋ, ਪੰਜਾਬ ਸਰਕਾਰ ਸੁਪਰੀਮ ਕੋਰਟ ਜਾਣ ਨੂੰ ਕਹਿੰਦੀ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਦੇ ਵੀ ਪੰਜਾਬ ਦਾ ਜਿਹੜਾ ਪੱਖ ਹੈ ਸੁਪਰੀਮ ਕੋਰਟ 'ਚ ਜਾਂ ਹਾਈ ਕੋਰਟ 'ਚ ਵਧੀਆ ਤਰੀਕੇ ਨਾਲ ਨਹੀਂ ਰੱਖਿਆ। ਜਿਹੜੇ ਸਾਡੇ ਐਡਵੋਕੇਟ ਜਨਰਲ ਨੇ ਅਤੁਲ ਨੰਦਾ ਜੀ, ਉਹਨਾਂ ਦੇ ਕੋਲੇ 30-35 ਵਕੀਲਾਂ ਦੀ ਟੀਮ ਹੈ, ਇੱਕ ਕੇਸ ਦਿਖਾ ਦੇਣ ਜਿਹੜਾ ਜਿੱਤ ਕੇ ਦਿਖਾਇਆ ਹੋਵੇ। ਸੋ ਇਸ ਕਰਕੇ ਜਿਹੜੇ ਵੀ ਜਥੇਬੰਦੀਆਂ ਜਾਣਾ ਚਾਹਣ ਜਾਂ ਕੋਈ ਵੀ, ਉਹ ਆਪਣੇ ਬਿਹਾਫ ਤੇ ਜਾਇਓ, ਸਰਕਾਰਾਂ ਤੇ ਯਕੀਨ ਨਾ ਕਰਿਓ, ਆਪਸ 'ਚ ਰਲੇ ਹੋਏ ਨੇ, ਇਹ ਉੱਥੋਂ ਕਿਹੜਾ ਹਾਂ ਕਰਾ ਲੈਣਗੇ, ਫਿਰ ਆਪਾਂ ਕਿਸੇ ਜੋਗੇ ਨਹੀਂ ਰਹਿਣਾ। ਹੈ ਜੀ, ਕਿਸਾਨਾਂ ਨੇ ਕਿਹਾ ਕਿ 2 ਘੰਟਿਆਂ ਦੀ ਮੀਟਿੰਗ ਜਿਹੜੀ ਬੇਨਤੀਜਾ ਰਹੀ ਹੈ, ਨਤੀਜਾ ਤਾਂ ਕੋਈ ਨਿਕਲਿਆ ਹੀ ਨਹੀਂ। ਫਿਰ ਦੇਖੋ, ਵਿਰੋਧ ਕਰਨ ਦੇ ਤਰੀਕੇ ਹੋਰ ਹੈਗੇ ਨੇ, ਸ਼ਾਂਤਮਈ ਤਰੀਕੇ ਨੇ, ਪਰ ਟਰੈਕਟਰ ਜਿਹੜਾ ਸਾੜਨ ਦਾ ਜਿਹੜਾ ਤਰੀਕਾ ਹੈ, ਉਹ ਤਾਂ ਆਮ ਆਦਮੀ ਪਾਰਟੀ ਵੀ ਇਸ ਜਿਹੜੇ ਤਰੀਕੇ ਦਾ ਹਮਾਇਤ ਨਹੀਂ ਕਰਦੀ, ਕਿਉਂਕਿ ਟਰੈਕਟਰ ਨੂੰ ਤਾਂ ਪੁੱਤ ਕਿਹਾ ਜਾਂਦਾ ਹੈ ਕਿਸਾਨ ਦਾ। ਕਿਸਾਨ ਆਪਣੇ ਪੁੱਤ ਨੂੰ ਅੱਗ ਥੋੜੀ ਲਾਊਗਾ, ਆਪਦੇ ਸਰੀਰ ਤੇ ਕਸ਼ਟ ਝੱਲ ਰੂਗਾ, ਪਰ ਆਪਦੇ ਪੁੱਤ ਪੋਤਿਆਂ ਨੂੰ ਜਾਂ ਆਪਦੀ ਔਲਾਦ ਨੂੰ ਥੋੜੀ ਉਹ ਦੁਖੀ ਹੋਣ ਦੇਊਗਾ। ਔਲਾਦ ਵਾਸਤੇ ਫਿਰਦਾ। ਤਰੀਕੇ ਹੋਰ ਬਹੁਤ ਨੇ, ਪਰ ਇਹਨੂੰ ਮੈਂ ਸਟੰਟ ਕਹੂੰਗਾ। ਸਟੰਟ ਹੈ ਕਿ ਉਹੀ ਟਰੈਕਟਰ ਸ਼ੰਭੂ ਬਾਰਡਰ ਤੇ ਨਹੀਂ ਫੁਕਿਆ, ਉਹੀ ਟਰੈਕਟਰ ਜਿਹੜਾ ਉਹ ਜਾ ਕੇ ਤੁਸੀਂ ਉੱਥੇ ਇੰਡੀਆ ਗੇਟ ਤੇ ਲੈ ਗਏ। ਤੇ ਇਹਦੇ ਨਾਲ ਕੀ ਕਹਿਣਾ ਚਾਹੁੰਦੇ ਤੁਸੀਂ? ਤਰੀਕੇ ਜਿਹੜੇ ਨੇ ਉਹ ਅਪਣਾਓ। ਕਾਂਗਰਸ ਪਹਿਲਾਂ ਤਾਂ ਆਪ ਤਾਂ ਇੱਥੇ ਜਿਹੜੀ ਹੈ ਸਾਈਨ ਕਰਦੀ ਰਹੀ ਹੈ, ਤੇ ਆਪ ਹੀ ਹੁਣ ਉਹ ਟਰੈਕਟਰ ਫੂਕ ਕੇ ਇਸ ਤਰ੍ਹਾਂ ਦੀ ਕੋਈ ਪਬਲਿਸਿਟੀ, ਚੀਪ ਪਬਲਿਸਿਟੀ ਲੈ ਰਹੇ ਨੇ। ਅਸੀਂ ਇਸ ਦੇ ਵਿਰੁੱਧ ਹਾਂ। ਸਾਰੇ ਵਪਾਰੀਆਂ ਨੇ ਰੋਸ ਕੀਤਾ, ਠੀਕ ਹੈ। ਹੁਣ ਇਹ ਜਿਹੜਾ ਨਵੀਂ ਆਰਡੀਨੈਂਸ ਆਈ ਹੈ, ਹੁਣ ਰੋਸ ਹੋ ਰਿਹਾ। ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਫੈਸਲਾ ਉਦੋਂ ਟਲ ਸੀਗਾ ਹੁਣ ਬਦਲੂਗਾ ਜੀ ਇਹ? ਦੇਖੋ, ਇਹਨਾਂ ਨੂੰ ਅਸਲ 'ਚ ਜਿਵੇਂ ਆਪਾਂ ਕਹਿੰਦੇ ਕਿ ਖੂਨ ਮੂੰਹ ਨੂੰ ਲੱਗ ਗਿਆ। 370 ਧਾਰਾ ਜਿਹੜੀ ਹੈ ਖਤਮ ਕਰਕੇ ਜੰਮੂ ਕਸ਼ਮੀਰ 'ਚ ਕਰਫਿਊ ਲਾਤਾ, ਦੱਬ ਲਿਆ ਜੀ। NRC ਵੇਲੇ ਲੋਕਾਂ ਤੇ ਪੂਰੇ ਮੁਲਕ ਦੇ ਵਿੱਚ ਡਾਂਗਾਂ ਚਲਾਈਆਂ, ਪਾਣੀ ਦੀਆਂ ਬਾਛੜਾਂ ਹੋਈਆਂ, ਅਥਰੂ ਗੈਸ ਦੇ ਗੋਲੇ ਛੱਡੇ ਗਏ, ਉੱਪਰੋਂ ਜਿਹੜਾ ਕਰੋਨਾ ਆ ਗਿਆ, ਦੱਬ ਲਿਆ ਜੀ। ਪਰ ਪੰਜਾਬ ਦਾ ਜਿਹੜਾ ਕਿਸਾਨ ਹੈ ਜਾਂ ਪੰਜਾਬ ਦੇ ਜਿਹੜੇ ਜੰਮੇ ਹੋਏ ਨੇ, ਉਹਨਾਂ ਨੂੰ ਨਿੱਤ ਮਹਿਮਾ ਨੇ। ਪੰਜਾਬ ਦਾ ਜਿਹੜਾ ਵਿਰੋਧ ਹੈ ਉਹ ਜ਼ਮੀਨ ਨਾਲ ਜੁੜਿਆ ਹੋਇਆ ਹੈ। ਪੰਜਾਬ ਦਾ ਜਿਹੜਾ ਵਿਰੋਧ ਹੈ ਉਹ ਕਿਸੇ ਜਾਤ ਪਾਤ ਨਾਲ ਨਹੀਂ। ਪੰਜਾਬ ਦਾ ਵਿਰੋਧ ਹੈ ਜ਼ਮੀਨ ਨੂੰ। ਜਿਹੜਾ ਕਿਸਾਨ ਹੈ ਆਪਣੀ ਮਾਂ ਕਹਿੰਦਾ, ਆਪਣੀ ਮਾਂ ਨੂੰ ਬਚਾਉਣ ਵਾਸਤੇ ਜਿਹੜੇ ਆਪ ਮਹਾਰੇ ਲੋਕ ਸੜਕਾਂ ਤੇ ਨਿਕਲੇ ਨੇ। ਸੋ ਇੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦਾ, ਕਲਾਕਾਰਾਂ ਦਾ, ਬੁੱਧੀਜੀਵੀਆਂ ਦਾ ਬਾਹਰ ਆਉਣਾ, ਇਹ ਗੱਲ ਦਾ ਸੰਕੇਤ ਹੈ ਕਿ ਪੰਜਾਬ ਜਿਹੜਾ ਹੈ ਉਹ ਆਪਣੇ ਹੱਕਾਂ ਲਈ ਪਹਿਲਾਂ ਵੀ ਲੜਦਾ ਰਿਹਾ ਤੇ ਹੁਣ ਵੀ ਲੜਦਾ ਰਹੂਗਾ। ਨਹੀਂ, ਇਹਦੇ 'ਚ ਕੋਈ 2022 ਨਹੀਂ। ਮੈਂ ਤਾਂ ਇਹ ਕਹਿਣਾ ਤੁਹਾਡੇ ਜਰੀਏ ਕਾਂਗਰਸ ਦੇ ਸਰਪੰਚਾਂ ਨੂੰ ਬੇਨਤੀ ਕਰਦਾ, ਕਿਰਪਾ ਕਰਕੇ ਅਕਾਲੀ ਦਲ ਦੇ ਸਰਪੰਚਾਂ ਨੂੰ ਬੇਨਤੀ ਕਰਦਾ, ਬਈ ਸਰਪੰਚ ਤਾਂ ਪਿੰਡ ਦਾ ਹੋਣਾ ਚਾਹੀਦਾ, ਪਾਰਟੀ ਦਾ ਨਹੀਂ ਹੋਣਾ ਚਾਹੀਦਾ, ਕਿ ਉਹ ਮਤੇ ਪਾ ਕੇ ਪਿੰਡ ਬਚਾਓ। ਇਹ ਦੇਖੋ, ਜੇ ਲੋਕ ਹੀ ਨਾ ਰਹੇ ਰਾਜਨੀਤੀ ਕਿਹਦੇ ਕਰੋਗੇ? ਜੇ ਲੋਕ ਹੀ ਨਾ ਰਹੇ MP MLA ਕਿਹਦੇ ਬਣੋਗੇ? ਸੋ ਅਸੀਂ ਤਾਂ ਪੰਜਾਬ ਨੂੰ ਪਹਿਲਾਂ ਪੰਜਾਬ ਨੂੰ ਬਚਾਉਣਾ ਸਾਡਾ ਮੰਤਵ ਹੈ। ਪੰਜਾਬ ਦੇ ਵਿੱਚ ਵਿਰੋਧ ਨੂੰ ਵਿੱਚ ਸ਼ਾਮਲ ਹੋਣ ਦੇ ਲਈ ਆਮ ਆਦਮੀ ਪਾਰਟੀ ਵਿਰੋਧ ਕਰ ਰਹੀ ਹੈ। ਰਾਜ ਸਭਾ 'ਚ ਅਸੀਂ ਵਿਰੋਧ ਕੀਤਾ, ਲੋੜ ਪਈ ਤਾਂ ਇੱਥੇ ਆਉਣਗੇ, ਜ਼ਰੂਰ ਆਉਣਗੇ। ਉਹਨਾਂ ਨੇ ਉੱਥੋਂ ਵੀ ਵਿਰੋਧ ਕੀਤਾ, ਉਹਨਾਂ ਨੇ ਪਹਿਲਾਂ ਵੀ ਵਿਰੋਧ ਕੀਤਾ, ਰਾਸ਼ਟਰਪਤੀ ਨੂੰ ਵੀ ਬੇਨਤੀ ਕੀਤੀ ਸੀ। ਆ ਗਿਆ ਜੀ, ਆਇਆ ਤੁਸੀਂ ਪੜ੍ਹਿਆ ਨਹੀਂ? ਕੇਜਰੀਵਾਲ ਸਾਹਿਬ ਨੇ ਵਿਰੋਧ ਜਿਹੜਾ ਕੀਤਾ ਦਿੱਲੀ ਤੋਂ। ਆਮ ਆਦਮੀ ਪਾਰਟੀ ਇਕਲੌਤੀ ਪਾਰਟੀ ਹੈ ਜਿਹਦਾ ਪਹਿਲੇ ਦਿਨ ਤੋਂ ਸਟੈਂਡ ਕਲੀਅਰ ਹੈ। ਸਵਾਲ ਉਹਨਾਂ ਨੂੰ ਹੋਣੇ ਚਾਹੀਦੇ ਨੇ ਜੋ 2 ਹਫ਼ਤੇ ਪਹਿਲਾਂ ਤੱਕ ਇਹਦੀ ਸਿਫਾਰਿਸ਼ਾਂ ਕਰਦੇ ਸੀ ਤੇ ਹੁਣ ਵੀ ਮੁਖਾਲਫਤ ਕਰ ਰਹੇ ਨੇ। ਪਹਿਲੇ ਦਿਨ ਤੋਂ ਖੇਤੀ ਆਰਡੀਨੈਂਸ ਦੇ ਖਿਲਾਫ ਸੀ ਆਮ ਆਦਮੀ ਪਾਰਟੀ, ਤੇ ਹੁਣ ਵੀ ਹੈ ਤੇ ਅੱਗੇ ਵੀ ਰਹੂਗੀ। ਸਿੱਧੂ ਜਿਹੜਾ ਇੰਡੀਆ ਦੇ ਵਿੱਚ ਫਿਰ ਵਾਪਸ ਆ ਰਿਹਾ, ਜਿਹੜਾ ਕਿਸਾਨਾਂ ਦੇ ਨਾਲ ਹੈ, ਦੂਜੇ ਪਾਸੇ ਵਾਪਸੀ ਨਹੀਂ। ਇਹ ਤਾਂ ਉਹਨਾਂ ਨੂੰ ਪੁੱਛ ਸਕਦੇ, ਸਾਡੇ ਬਾਰੇ ਤਾਂ ਸਾਡੇ ਨਾਲ ਤੁਸੀਂ ਕਰ ਰਹੇ ਹੋ, ਇਹ ਤੁਸੀਂ ਕਿਸਾਨਾਂ ਦਾ ਆਮ ਆਦਮੀ ਪਾਰਟੀ ਦੇ ਝੰਡੇ ਥੱਲੇ ਕਰ ਰਹੇ ਹੋ ਕਿ ਕਿਸਾਨਾਂ ਦੇ ਝੰਡੇ ਥੱਲੇ ਕਰ ਰਹੇ ਹੋ? ਮੈਂ ਤਾਂ ਕਹਿੰਦਾ ਕਿਸਾਨਾਂ ਦੇ ਝੰਡੇ ਥੱਲੇ ਕਰੋ ਜੀ। ਅਸੀਂ ਤਾਂ ਬੇਨਤੀ ਕਰ ਰਹੇ ਹਾਂ, ਅਸੀਂ ਤਾਂ ਬੇਨਤੀ ਕਰ ਰਹੇ ਹਾਂ। ਕਿਸਾਨਾਂ ਦੇ ਝੰਡੇ ਥੱਲੇ ਕਿ ਆਮ ਆਦਮੀ ਪਾਰਟੀ? ਕਿਸੇ ਦਾ ਝੰਡਾ ਨਹੀਂ, ਅਸੀਂ ਤਾਂ ਦੱਸ ਰਹੇ ਹਾਂ ਕਿ ਆਹ ਤੁਹਾਡੀ ਤਾਕਤ ਹੈ, ਵਰਤ ਲਓ। ਦੇਖੋ, ਇਹਦੇ 'ਚ ਕੋਈ ਝੰਡਾ ਥੋੜੀ ਦੇ ਰਹੇ ਅਸੀਂ। ਕਿਆ ਝੰਡਾ ਜੀ? ਹਾਂ,
ਗ੍ਰਾਮ ਪੰਚਾਇਤ ਦੀ ਸ਼ਕਤੀ ਦੱਸ ਰਿਹਾ। ਉਹ ਜਿਹੜਾ ਮਰਜ਼ੀ ਪੰਚਾਇਤ ਉਹ ਗ੍ਰਾਮ ਸਭਾ ਬੁਲਾ ਕੇ ਮਤਾ ਪਾ ਦੋ। ਇਹਦਾ ਜ਼ਰੂਰੀ ਥੋੜੀ ਹੈ ਕਿ ਭਗਵੰਤ ਮਾਨ ਦੇ ਨਾਂ ਲਿਖਣਾ ਉੱਥੇ ਵੀ ਉਹਦੇ ਕਹੇ ਤੇ ਬੁਲਾਇਆ। ਨੋ, ਇਹ ਲੋਕਾਂ ਦੀ ਸ਼ਕਤੀ ਹੈ, ਲੋਕਾਂ ਨੂੰ ਦੱਸ ਰਹੇ। ਹਾਂਜੀ, ਕੋਈ ਵੀ ਪੋਲੀਟੀਕਲ ਪਾਰਟੀ ਸਾਡਾ ਨਾਮ ਨਾ ਯੂਜ਼ ਕਰੇ। ਅਸੀਂ ਇਸ ਕਿਸਾਨਾਂ ਦਾ ਸੰਘਰਸ਼ ਹੈਗਾ, ਨਾ ਅਸੀਂ ਆਮ ਆਦਮੀ ਪਾਰਟੀ ਨੂੰ ਬੋਲਣ ਦੇਣਾ, ਨਾ ਕਾਂਗਰਸ ਨੂੰ, ਨਾ ਅਕਾਲੀਆਂ ਨੂੰ। ਬੜੀ ਵਧੀਆ ਗੱਲ ਹੈ ਜੀ। ਮੈਂ ਗਿਆ ਸੀ ਭਵਾਨੀਗੜ੍ਹ, ਮੈਂ ਉੱਥੇ ਜਾ ਕੇ ਬਹਿ ਕੇ ਆਇਆ। ਮੈਂ ਉਹਨਾਂ ਨੂੰ ਕਿਹਾ ਕਿ ਜਿੱਥੇ ਸਾਨੂੰ ਬੋਲਣ ਵਾਸਤੇ ਭੇਜਿਆ ਸੀ ਤੇ ਜਿੱਥੇ ਸਾਡਾ ਬੋਲਣਾ ਫਰਜ਼ ਬਣਦਾ ਸੀ ਉੱਥੇ ਬੋਲਿਆ ਏ। ਹੁਣ ਜਦੋਂ ਲੋਕ ਹੀ ਬੋਲਣ ਲੱਗੇ ਫਿਰ ਲੀਡਰ ਨੂੰ ਬੋਲਣ ਦੀ ਕੀ ਲੋੜ ਹੈ? ਵਧੀਆ ਗੱਲ ਹੈ, ਅਸੀਂ ਤਾਂ ਸਪੋਰਟ ਕਰਦੇ ਹਾਂ ਇਸ ਗੱਲ ਦੀ। ਜਿੱਥੇ ਵੀ ਕਹਿਣਗੇ ਨਾਨ ਪੋਲੀਟੀਕਲ ਰੱਖਣਾ ਚਾਹੀਦਾ, ਮੈਂ ਉਹਨਾਂ ਨੂੰ ਬੇਨਤੀ ਕਰਦਾ ਇਹ ਨਾਨ ਪੋਲੀਟੀਕਲ ਰੱਖੋ। ਔਰ ਜੇ ਕੋਈ ਚਾਹੀਦਾ ਅਸੀਂ ਜੇ ਕੋਈ ਨੁਮਾਇੰਦਾ ਉਹਨਾਂ ਦਾ ਕੋਈ ਐਮਐਲਏ ਜਾਂ ਕੋਈ ਆ ਕੇ ਬਹਿੰਦਾ ਬਿਨਾਂ ਕਿਸੇ ਸਵਾਰਥ ਤੋਂ, ਬਿਨਾਂ ਕਿਸੇ ਲਾਲਚ ਤੋਂ, ਤਾਂ ਆ ਕੇ ਉਹਨਾਂ ਦੇ ਸੰਘਰਸ਼ ਦੇ ਵਿੱਚ ਸ਼ਾਮਲ ਹੋ ਕੇ ਚਲੇ ਜਾਵੇ। ਕਲਾਕਾਰ ਵੀ ਬਹੁਤ ਸਾਰੇ ਆਏ ਨੇ, ਸੋ ਅੱਛੀ ਗੱਲ ਹੈ। ਤੁਹਾਡੀ ਪਾਰਟੀ ਪੰਜਾਬ ਦੇ ਵਿੱਚ ਬੀਜੇਪੀ ਦੇ ਸੈਪਰੇਟ ਹੋ ਜਾਣ ਤੋਂ ਬਾਅਦ ਜੋ ਪੋਲੀਟੀਕਲ ਮਾਹੌਲ ਇਸ ਵੇਲੇ ਪੰਜਾਬ ਦੇ ਵਿੱਚ ਬਣਿਆ ਹੋਇਆ, ਇਹਦੇ ਵਿੱਚ ਆਮ ਆਦਮੀ ਪਾਰਟੀ ਕਿੰਨੀ ਤਿਆਰ ਹੈਗੀ ਤੇ ਕੀ ਸਟ੍ਰੈਟਜੀ ਹੈ? ਦੇਖੋ ਜੀ, ਪੋਲੀਟੀਕਲ ਮਾਹੌਲ ਛੱਡ ਦਿਓ, ਜੋ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਕਰੋਨਾ ਤੋਂ ਸ਼ਾਇਦ ਉਹਨਾਂ ਡਰ ਨਹੀਂ ਲੱਗ ਰਿਹਾ ਕਿਸਾਨਾਂ ਨੂੰ ਜਿੰਨਾ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਖੁੱਸਣ ਤੋਂ ਜਾਂ ਆਹ ਜਿਹੜਾ ਆਰਡੀਨੈਂਸ ਆਏ ਨੇ ਕਾਲੇ ਕਾਨੂੰਨ, ਉਹਨਾਂ ਤੋਂ ਡਰ ਲੱਗ ਰਿਹਾ ਹੈ। ਸੋ ਇਸ ਕਰਕੇ ਇਹਦੇ ਵਿੱਚ ਤੁਸੀਂ ਕੁਝ ਵੀ ਰਾਜਨੀਤਿਕ ਨਾ ਸੋਚੋ। ਫਿਲਹਾਲ ਤਾਂ ਇਹ ਹੈ ਕਿ ਮੈਂ ਫੇਰ ਕਹਿਣਾ ਕਿ ਜੇ ਕਿਸਾਨ ਬਚੂਗਾ ਤਾਂ ਦੁਕਾਨਦਾਰ ਬਚੂਗਾ, ਆੜਤੀਆ ਬਚੂਗਾ, ਮੁਨੀਮ ਬਚਣਗੇ। ਰਾਜਨੀਤੀ ਕਿਹਨਾਂ ਤੇ ਕਰੋਗੇ ਜੋ ਸਾਰਾ ਸਰਕਲ ਹੀ ਤੋੜਤਾ, ਜਦੋਂ ਤੁਹਾਨੂੰ ਪਤਾ ਹੀ ਨਾ ਲੱਗਿਆ ਕਿ ਵੱਡੇ ਵੱਡੇ ਸਾਈਲੋਆਂ ਦੇ ਵਿੱਚੋਂ ਕਿਵੇਂ ਜਿਹੜਾ ਉਹ ਅਨਾਜ ਪੰਜਾਬ ਦਾ ਕਿੱਥੇ ਨੂੰ ਜਾ ਰਿਹਾ ਤੇ ਕਿਵੇਂ ਉਹ ਜਿਹੜੀ ਇਕਨੋਮਿਕਸ ਦਾ ਰੂਲ ਹੈ ਮੋਰ ਸਪਲਾਈ ਲੈਸ ਡਿਮਾਂਡ, ਲੈਸ ਸਪਲਾਈ ਮੋਰ ਡਿਮਾਂਡ ਵਰਤ ਕੇ ਜਦੋਂ ਮਰਜ਼ੀ ਮਹਿੰਗਾਈ ਘਟਾ ਲੈਣਗੇ, ਜਦੋਂ ਮਰਜ਼ੀ ਮਹਿੰਗਾਈ ਵਧਾ ਲੈਣਗੇ। ਸਾਰਾ ਕੁਝ ਜਦੋਂ ਗਵਰਨਮੈਂਟ ਨੇ ਆਪਦਾ ਕੰਟਰੋਲ ਹੀ ਖਤਮ ਕਰਕੇ ਉਹਨਾਂ ਨੂੰ ਦੇ ਦਿੱਤਾ। ਮੰਤਰੀ ਦਾ ਹੁਣੇ ਬਿਆਨ ਆਇਆ ਅੱਜ ਕਿ ਬੇਵਕੂਫ ਬਣਾ ਰਹੀਆਂ ਪਾਰਟੀਆਂ ਤੁਹਾਨੂੰ, ਬੀਜੇਪੀ ਹਮੇਸ਼ਾ ਕਿਸਾਨਾਂ ਦੇ ਨਾਲ ਰਹੀ ਹੈ। ਇਹ ਟਰੈਕਟਰ ਚਲਾਉਣਾ ਵੀ ਬੜਾ ਗਲਤ ਹੈ। ਔਰ ਜਿਹੜਾ ਅਸੀਂ ਕਾਨੂੰਨ ਲਿਆਂਦਾ ਹੈ ਇਹ ਕਿਸਾਨਾਂ ਦੇ ਭਲਾ ਲਈ ਆਪਸ਼ਨ ਹੈ, ਨਾ ਕਿ ਇਹਦੇ ਚ ਇਹ ਤਾਂ ਜੀ ਨੋਟਬੰਦੀ ਵੇਲੇ ਵੀ ਕਹਿੰਦੇ ਸੀ 50 ਦਿਨ ਦੇ ਦਿਓ, ਕਮਾਲ ਹੁੰਦਾ ਦੇਖਿਓ। ਇਹ ਤਾਂ ਜੀ ਕਹਿੰਦੇ ਸੀ 100 ਦਿਨ ਚ ਕਾਲਾ ਧਨ ਆਊਗਾ। ਇਹ ਤਾਂ ਜੀ ਕਹਿੰਦੇ ਸੀ ਜਿਹੜੀ ਮਹਾਭਾਰਤ ਦੀ ਜੰਗ ਹੈ ਉਹ 18 ਦਿਨ ਜਿੱਤੀ ਗਈ ਸੀ ਤੇ ਕਰੋਨਾ ਨਾਲ ਜੰਗ 21 ਦਿਨ ਜਿੱਤ ਲਾਂਗੇ। ਹੋ ਗਿਆ ਖਤਮ ਕਰੋਨਾ। 20 ਅਕਤੂਬਰ ਦੇ ਨੇੜੇ ਤੇੜੇ ਮਤਲਬ ਨੰਬਰ 1 ਤੇ ਆ ਜਾਣਗੇ ਜਿਹੜੇ ਕਰੋਨਾ ਦੇ ਨਾਲ ਪੋਜ਼ਿਟਿਵ ਨੇ। ਸੋ ਪ੍ਰਧਾਨ ਮੰਤਰੀ ਜੀ ਦੀਆਂ ਗੱਲਾਂ ਤੇ ਲੋਕਾਂ ਨੂੰ ਯਕੀਨ ਨਹੀਂ ਰਿਹਾ। ਉਹ ਜਿਹੜੀਆਂ ਜੁਮਲੇਬਾਜ਼ੀਆਂ ਬੀਜੇਪੀ ਦੀਆਂ ਉਹ ਸਾਹਮਣੇ ਆ ਚੁੱਕੀਆਂ ਨੇ। ਆਹੀ ਗੱਲ 2 ਮਹੀਨੇ ਅਕਾਲੀ ਦਲ ਕਹੀ ਗਿਆ ਕਿ ਗੁੰਮਰਾਹ ਕਰ ਰਹੇ ਨੇ ਜੀ। ਆਮ ਆਦਮੀ ਪਾਰਟੀ ਕਿਸਾਨਾਂ ਦੀ ਬੀ ਟੀਮ ਹੈ, ਕਿਸਾਨ ਯੂਨੀਅਨ ਫਲਾਨਿਆਂ ਦੀ ਬੀ ਟੀਮ ਹੈ। ਹੁਣ ਸੁਖਦੇਵ ਸਿੰਘ ਢੀਂਡਸੇ ਨੂੰ ਬੀਜੇਪੀ ਦੀ ਬੀ ਟੀਮ ਦੱਸੀ ਜਾਂਦੇ ਆ। ਉਹ ਤਾਂ ਏ ਬੀ ਤੇ ਲੱਗੇ ਹੋਏ ਨੇ। ਆਮ ਆਦਮੀ ਪਾਰਟੀ ਨਾ ਕਿਸੇ ਦੀ ਏ ਟੀਮ ਹੈ ਨਾ ਬੀ ਟੀਮ ਹੈ। ਇਹ ਆਮ ਲੋਕਾਂ ਦੇ, ਪੰਜਾਬ ਦੇ ਲੋਕਾਂ ਦੇ, ਸੰਘਰਸ਼ੀ ਲੋਕਾਂ ਦੇ ਸੰਘਰਸ਼ ਵਾਸਤੇ A+ ਟੀਮ ਹੈ। ਮਾਨ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਕਿਸਾਨਾਂ ਨੇ ਕਿਹਾ ਵੀ ਪੋਲੀਟੀਕਲ ਪਾਰਟੀ ਬਿਠਾ ਦਿੱਤਾ ਜਾਵੇ, ਇਹ ਤੋਂ ਕਲੀਅਰ ਕੱਟ ਪੰਜਾਬ ਦੀ ਜਨਤਾ ਵੀ ਇਹ ਸ਼ੋਅ ਕਰ ਰਹੀ ਹੈ ਕਿ ਉਹਦਾ ਕਿਸੇ ਵੀ ਰਾਜਨੀਤਿਕ ਦਲ ਦੇ ਵਿੱਚ ਜਿਹੜਾ ਯਕੀਨ ਖਤਮ ਹੋ ਗਿਆ। ਨਹੀਂ ਜੀ, ਨਹੀਂ, ਇਹ ਉਹਨਾਂ ਦਾ ਬਹੁਤ ਸਾਰੇ ਪਹਿਲਾਂ ਵੀ ਧਰਨੇ ਇਸ ਤਰ੍ਹਾਂ ਦੇ ਲੱਗਦੇ ਰਹੇ ਨੇ ਜਿਹਦੇ ਵਿੱਚ ਉਹ ਕਹਿੰਦੇ ਰਹੇ ਨੇ। ਅਸੀਂ ਵੀ ਜਾਂਦੇ ਰਹੇ ਹਾਂ ਉੱਥੇ। ਅਸੀਂ ਇਕੱਲਾ ਰਾਜਨੀਤਿਕ ਤੌਰ ਤੇ ਥੋੜੀ, ਮੈਂ ਕਿਸਾਨ ਦੇ ਤੌਰ ਤੇ ਵੀ ਤਾਂ ਹਾਂ। ਮੇਰੀ ਵੀ ਜ਼ਮੀਨ ਹੈ ਸਤੌਜ ਪਿੰਡ 'ਚ, ਤਾਂ ਮੈਂ ਵੀ ਤਾਂ ਉਹਦੇ ਵਿੱਚ ਹੀ ਆਊਂਗਾ ਨਾ। ਸੋ ਇਸ ਕਰਕੇ ਮੈਂ ਕਿਸਾਨ ਦੇ ਤੌਰ ਤੇ ਇੱਥੇ ਧਰਨੇ ਸ਼ਾਮਲ ਹੋਊਂਗਾ ਜਿੱਥੇ ਮੈਨੂੰ ਬੁਲਾਉਣਗੇ। ਕੋਈ ਮੈਨੂੰ ਭਾਸ਼ਣ ਦੇਣ ਦਾ ਜਾਂ ਕੋਈ ਮੈਨੂੰ ਮਾਈਕ ਦੀ ਮੈਨੂੰ ਕੋਈ ਫੋਬੀਆ ਨਹੀਂ ਹੈਗਾ। ਜਿੱਥੇ ਮੈਨੂੰ ਬੋਲਣ ਵਾਸਤੇ ਭੇਜਿਆ ਉੱਥੇ ਮੈਂ ਬੋਲ ਕੇ ਆਇਆ, ਡਟ ਕੇ ਬੋਲ ਕੇ ਆਇਆ। ਤੁਸੀਂ ਸਾਰਿਆਂ ਨੇ ਸੁਣਿਆ। ਸੋ ਇਸ ਕਰਕੇ ਆਮ ਆਦਮੀ ਪਾਰਟੀ ਰਾਜਨੀਤਿਕ ਪਾਰਟੀ ਬਾਅਦ 'ਚ ਹੈ, ਪਹਿਲਾਂ ਆਮ ਲੋਕਾਂ ਦੇ ਹੱਕਾਂ 'ਚ ਹੈ। ਇਸ ਕਰਕੇ 2022 ਪਤਾ ਨਹੀਂ ਕੀ ਉਹ ਬਾਅਦ 'ਚ ਦੇਖਾਂਗੇ। ਪਹਿਲਾਂ ਪੰਜਾਬ ਦੀ ਕਿਸਾਨੀ, ਪੰਜਾਬ ਦੀ ਜਵਾਨੀ, ਉਹਨੂੰ ਬਚਾਉਣ ਦੀ ਲੋੜ ਹੈ। ਆਮ ਆਦਮੀ ਪਾਰਟੀ ਜਿੱਥੇ ਉਹਨੂੰ ਉਹ ਕਹਿਣਗੇ, ਚਾਹੇ ਵਿਧਾਨ ਸਭਾ 'ਚ, ਚਾਹੇ ਸੜਕਾਂ ਤੇ, ਚਾਹੇ ਲੋਕ ਸਭਾ 'ਚ, ਅਸੀਂ ਲੋਕਾਂ ਦੇ ਸੰਘਰਸ਼ ਦਾ ਸਾਥ ਦੇਵਾਂਗੇ। ਮੈਂ ਫੋਨ ਡਿੱਗ ਗਿਆ। ਉੱਥੇ ਹੀ ਇਸ ਮੌਕੇ ਆਮ ਆਦਮੀ ਪਾਰਟੀ ਇੰਚਾਰਜ ਜਰਨੈਲ ਸਿੰਘ ਨੇ ਸੁਖਬੀਰ ਬਾਦਲ ਤੇ ਦੋਗਲੀ ਨੀਤੀ ਅਪਣਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸੁਖਬੀਰ ਬਾਦਲ ਹੁਣ ਖੇਤੀ ਵਿਰੋਧੀ ਬਿੱਲਾਂ ਦੇ ਖਿਲਾਫ ਬੋਲ ਰਿਹਾ ਹੈ, ਪਰੰਤੂ ਇਹ ਉਹੀ ਸੁਖਬੀਰ ਬਾਦਲ ਹੈ ਜਿਸ ਨੇ ਪ੍ਰੈਸ ਕਾਨਫਰੰਸ ਕਰਕੇ ਖੇਤੀ ਵਿਰੋਧੀ ਬਿੱਲਾਂ ਦਾ ਪੰਜਾਬ ਵਿੱਚ ਸਮਰਥਨ ਕੀਤਾ ਸੀ।
ਸਾਡੇ ਨਾਲ ਇੱਥੇ ਪੰਜਾਬ ਆਮ ਆਦਮੀ ਪਾਰਟੀ ਇੰਚਾਰਜ ਨੇ ਜਰਨੈਲ ਸਿੰਘ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਭਾਜੀ ਅੰਦਰ ਸਾਰੀ ਗੱਲ ਤੇ ਕੀਤੀ ਹੈ ਤਸੱਲੀ ਨਾਲ। ਸਰ, ਜਿਵੇਂ ਕਿ ਸਾਰੀਆਂ ਪਾਰਟੀਆਂ ਇੱਥੋਂ ਦਿੱਲੀ ਕੂਚ ਕਰ ਰਹੀਆਂ ਨੇ ਪ੍ਰਦਰਸ਼ਨ ਵਾਸਤੇ, ਮੋਦੀ ਸਾਹਿਬ ਦਾ ਘਰ ਘੇਰਨ ਵਾਸਤੇ, ਕਿ ਆਮ ਆਦਮੀ ਪਾਰਟੀ ਨੇ ਰਾਜ ਸਭਾ ਵਿੱਚ ਵਿਰੋਧ ਕੀਤਾ, ਪਾਰਲੀਮੈਂਟ 'ਚ ਵਿਰੋਧ ਕੀਤਾ, ਤੁਹਾਡੇ ਉੱਥੇ ਮੈਕਸਿਮਮ ਐਮਐਲਏ ਵੀ ਹੈਗਾ, ਪਰ ਤੁਸੀਂ ਉਸ ਤਰ੍ਹਾਂ ਵਿਰੋਧ ਪ੍ਰਦਰਸ਼ਨ ਨਹੀਂ ਕਰ ਸਕੇ। ਆਮ ਆਦਮੀ ਪਾਰਟੀ ਕੱਲੀ ਇਹੋ ਜੀ ਪਾਰਟੀ ਹੈ ਜਿਹਦਾ ਪਹਿਲੇ ਦਿਨ ਤੋਂ ਲੈ ਕੇ ਤੇ ਹੁਣ ਤੱਕ ਸਿੰਗਲ ਸਟੈਂਡ ਹੈ। ਸਵਾਲ ਉਹਨਾਂ ਤੋਂ ਹੋਣੇ ਚਾਹੀਦੇ ਨੇ ਜੋ 2 ਹਫ਼ਤੇ ਪਹਿਲਾਂ ਤੱਕ ਖੇਤੀ ਆਰਡੀਨੈਂਸ ਦੀ ਸਿਫਤਾਂ ਕਰਦੇ ਸੀ, ਭਾਵੇਂ ਵੱਡੇ ਬਾਦਲ ਸਾਹਿਬ ਨੇ ਉਹਨਾਂ ਨੇ ਵੀ ਵੀਡੀਓ ਕੱਢ ਕੇ ਸਿਫਤਾਂ ਕੀਤੀਆਂ। ਅਕਾਲੀ ਦਲ ਦੇ ਬਾਕੀ ਲੀਡਰਾਂ ਨੇ ਕੇਂਦਰੀ ਖੇਤੀ ਮੰਤਰੀ ਨੂੰ ਚੰਡੀਗੜ੍ਹ ਬੁਲਾ ਕੇ ਇਹਦੇ ਫਾਇਦੇ ਸਮਝਾਏ। ਸਵਾਲ ਤੇ ਉਹਨਾਂ ਨੂੰ ਹੋਣੇ ਚਾਹੀਦੇ ਨੇ। ਆਮ ਆਦਮੀ ਪਾਰਟੀ ਨੇ ਭਾਵੇਂ ਜ਼ਮੀਨ ਤੇ ਕਿਸਾਨਾਂ ਨਾਲ ਖੜ ਕੇ ਸੰਘਰਸ਼ ਕਰਨਾ ਹੋਵੇ, ਭਾਵੇਂ ਪੰਜਾਬ ਵਿਧਾਨ ਸਭਾ ਦੇ ਅੰਦਰ ਆਵਾਜ਼ ਚੱਕਣੀ ਹੋਵੇ, ਭਾਵੇਂ ਦੇਸ਼ ਦੀ ਲੋਕ ਸਭਾ, ਭਾਵੇਂ ਦੇਸ਼ ਦੀ ਰਾਜ ਸਭਾ ਅੰਦਰ ਆਵਾਜ਼ ਚੱਕਣੀ ਹੋਵੇ, ਹਰ ਥਾਂ ਤੇ ਜਾ ਕੇ ਪੂਰੀ ਆਵਾਜ਼ ਚੱਕਣੀ। ਜਰਨੈਲ ਜੀ, ਖਬਰ ਆ ਰਹੀ ਹੈ ਵੀ ਰਾਹੁਲ ਗਾਂਧੀ ਅਗਲੇ ਕੁਝ ਦਿਨਾਂ ਤੱਕ ਪੰਜਾਬ ਆ ਰਹੇ ਨੇ ਪ੍ਰਦਰਸ਼ਨ, ਕੀ ਕੇਜਰੀਵਾਲ ਵੀ ਪੰਜਾਬ ਆਉਣਗੇ ਜੀ? ਕਾਂਗਰਸ ਦਾ ਰੋਲ ਸਭ ਨੇ ਵੇਖ ਲਿਆ ਹੈ। ਇਹ ਉਹੀ ਪਾਰਟੀਆਂ ਨੇ ਜਿਨ੍ਹਾਂ ਦੇ ਰਾਜ ਵਿੱਚ ਪੂੰਜੀਪਤੀਆਂ ਨੂੰ, ਜਿਨ੍ਹਾਂ ਦੇ ਰਾਜ 'ਚ ਫਲਦੇ ਫੁੱਲਦੇ ਰਹੇ ਨੇ, ਤੇ ਜੇ ਲੋੜ ਪਈ ਤੇ ਕੇਜਰੀਵਾਲ ਜੀ ਹਰ ਥਾਂ ਤੇ ਕਿਸਾਨਾਂ ਦੇ ਨਾਲ ਖੜੇ। ਬੈਂਸ ਭਰਾਵਾਂ ਨੇ ਮੰਗ ਕੀਤੀ ਸੀ ਮੁੱਖ ਮੰਤਰੀ ਸਾਹਿਬ ਤੋਂ ਵੀ ਉਹ ਬਤੌਰ ਮੁੱਖ ਮੰਤਰੀ ਸਾਰੀ ਪਾਰਟੀ ਦੀ ਅਗਵਾਈ ਕਰਨ, ਤੇ ਮੁੱਖ ਮੰਤਰੀ ਦਾ ਬਿਆਨ ਵੀ ਆਇਆ ਸੀ ਕਿ ਤੁਸੀਂ ਆਮ ਆਦਮੀ ਪਾਰਟੀ ਨਾਲ ਚੱਲੇਗੀ। ਮੰਤਰੀ ਸਾਹਿਬ ਦੇ ਉੱਪਰੋਂ ਪੰਜਾਬ ਦੇ ਲੋਕਾਂ ਦਾ ਭਰੋਸਾ ਉੱਠ ਗਿਆ। ਉਹਨਾਂ ਨੇ ਕਿਹਾ ਸੀ ਵੀ ਮੇਰੀ ਲੀਡਰਸ਼ਿਪ ਵਿੱਚ ਆਪਾਂ ਅੱਗੇ ਗੱਲ ਕਰਦੇ ਹਾਂ, ਪਰ ਉਹ ਖਾਲੀ ਗੱਲਾਂ ਹੀ ਕਰਦੇ ਨੇ। ਲੋਕਾਂ ਨੇ ਵੇਖ ਲਿਆ। 2 ਮਹੀਨੇ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਵੀ ਸਾਰੀ ਪਾਰਟੀਆਂ ਨੂੰ ਮੈਂ ਨਾਲ ਲੈ ਕੇ ਆਲ ਪਾਰਟੀ ਮੀਟਿੰਗ ਪੀਐਮ ਨਾਲ ਕਰਾਂਗਾ, ਪਰ ਉਹਨਾਂ ਨੇ ਨਹੀਂ ਕੀਤੀ, ਕਿਉਂਕਿ ਅੰਦਰ ਖਾਤੇ ਭਾਵੇਂ ਕਾਂਗਰਸ ਪਾਰਟੀ ਹੈ, ਭਾਵੇਂ ਬੀਜੇਪੀ ਹੈ, ਭਾਵੇਂ ਅਕਾਲੀ ਦਲ ਹੈ, ਸਾਰੇ ਪੂੰਜੀਪਤੀਆਂ ਦੇ ਇਸ਼ਾਰੇ ਤੇ ਕੰਮ ਕਰਦੇ। ਹੁਣ ਪਲਾਨ ਕਰਦੇ ਤਾਂ ਆਮ ਆਦਮੀ ਪਾਰਟੀ ਨਾਲ ਚੱਲੇਗੀ ਮੁੱਖ ਮੰਤਰੀ ਨਾਲ? ਆਮ ਆਦਮੀ ਪਾਰਟੀ ਹਰ ਤਰੀਕੇ ਦੇ ਕਿਸਾਨਾਂ ਵਾਸਤੇ, ਇਸ ਪਰੇਸ਼ਾਨੀ ਨੂੰ ਦੂਰ ਕਰਨ ਵਾਸਤੇ ਜੋ ਵੀ ਬਣਦੀ ਕਾਰਵਾਈ ਹੋਏਗੀ ਜ਼ਰੂਰ ਕਰੇਗੀ। ਸਸਪੈਂਡ ਕੀਤਾ ਗਿਆ ਖਾਸ ਤੌਰ ਤੇ ਸੰਜੇ ਸਿੰਘ ਜਿਹੜੇ ਰਾਜ ਸਭਾ ਮੈਂਬਰ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਦੇਸ਼ ਵਿੱਚ ਡੈਮੋਕ੍ਰੇਸੀ ਭੁਲੇਖਾ ਹੈਗਾ। ਜਿਸ ਤਰੀਕੇ ਨਾਲ ਰਾਜ ਸਭਾ ਵਿੱਚ ਉਸ ਦਿਨ ਨੰਬਰ ਪੂਰੇ ਨਾ ਹੋਣ ਦੇ ਬਾਵਜੂਦ ਵੀ ਧੁਨੀ ਮਤ ਨਾਲ ਇਸ ਆਰਡੀਨੈਂਸ ਨੂੰ ਪਾਸ ਕੀਤਾ ਗਿਆ, ਉਹ ਬਹੁਤ ਸ਼ਰਮਨਾਕ ਹੈ। ਇਸ ਦੇਸ਼ ਦੀ ਲੋਕਤੰਤਰ ਉੱਤੇ ਇੱਕ ਧੱਬਾ ਹੈਗਾ। ਨੰਬਰ ਪੂਰੇ ਨਾ ਹੋਣ ਦੇ ਬਾਵਜੂਦ ਧੁਨੀ ਮਤ ਨਾਲ ਉਹਨੂੰ ਪਾਸ ਕੀਤਾ ਗਿਆ, ਜਦ ਕਿ ਇਹਦੇ ਉੱਤੇ ਵੋਟ ਡਿਵੀਜ਼ਨ ਹੋਣਾ ਚਾਹੀਦਾ ਸੀ। ਤੇ ਸਾਫ਼-ਸਾਫ਼ ਦਿਸਦਾ ਕਿ ਕੇਂਦਰ ਸਰਕਾਰ ਕਿਸ ਤਰੀਕੇ ਬਿਲਕੁਲ ਗੈਰ ਲੋਕਤਾਂਤਰਿਕ ਤਰੀਕੇ ਨਾਲ ਇਸ ਬਿੱਲ ਨੂੰ ਸਪੋਰਟ ਕਰ ਰਹੀ ਹੈ। ਜੀ, ਅਕਾਲੀ ਦਲ ਦੇ ਐਮਐਲਏ ਮਨਜਿੰਦਰ ਸਿੰਘ ਸਿਰਸਾ ਤੁਹਾਡੇ ਦਿੱਲੀ ਤੋਂ, ਉਹ ਲੜੇ ਕਮਲ ਦੇ ਨਿਸ਼ਾਨ ਤੇ ਨੇ, ਅੱਜ ਗੱਠਜੋੜ ਟੁੱਟ ਚੁੱਕਿਆ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਉਹ ਹੁਣ ਐਮਐਲਏ ਨਹੀਂ ਹੈਗੇ, ਤੇ ਹਾਂ, ਜਿੱਥੇ ਤੱਕ ਬਾਕੀ ਉਹਨਾਂ ਦੇ ਨਿਗਮ ਪਾਰਸ਼ਦ ਨੇ, ਉਹਨਾਂ ਨੂੰ ਇਹ ਸਥਿਤੀ ਕਲੀਅਰ ਕਰਨੀ ਚਾਹੀਦੀ ਹੈ ਕਿ ਜਿਹੜੇ ਬੀਜੇਪੀ ਦੇ ਚੋਣ ਨਿਸ਼ਾਨ ਤੇ ਇਲੈਕਸ਼ਨ ਲੜ ਕੇ ਜਿੱਤੇ ਨੇ, ਮੇਰੇ ਹਿਸਾਬ ਨਾਲ ਜੇ ਗਠਬੰਧਨ ਟੁੱਟ ਗਿਆ ਤਾਂ ਉਹਨਾਂ ਨੂੰ ਵੀ ਅਸਤੀਫੇ ਦੇ ਦੇਣੇ ਚਾਹੀਦੇ ਨੇ। ਬਹੁਤ ਧੰਨਵਾਦ ਜੀ। ਇਹ ਸਨ ਪੰਜਾਬ ਆਮ ਆਦਮੀ ਪਾਰਟੀ ਦੇ ਇੰਚਾਰਜ, ਜਿਹਨਾਂ ਦਾ ਸਾਫ਼ ਤੌਰ ਤੇ ਕਹਿਣਾ ਵੀ ਆਮ ਆਦਮੀ ਪਾਰਟੀ ਕਿਸਾਨਾਂ ਦੇ ਸੰਘਰਸ਼ ਲਈ ਹਰ ਜਗ੍ਹਾ ਖੜੀ ਹੈ। ਤੇ ਜਿੱਥੇ ਤੱਕ ਮੁੱਖ ਮੰਤਰੀ ਵੱਲੋਂ ਸਾਰੀਆਂ ਪਾਰਟੀਆਂ ਨੇ ਅਗਵਾਈ ਕਰਨ ਦੀ ਗੱਲ ਹੈ, ਉੱਥੇ ਜਰਨੈਲ ਸਿੰਘ ਨੇ ਸਾਫ਼ ਕਿਹਾ ਵੀ ਮੁੱਖ ਮੰਤਰੀ ਜਿਹੜਾ ਹੈ ਪੰਜਾਬ ਦੇ ਲੋਕਾਂ ਦਾ ਆਪਣਾ ਵਿਸ਼ਵਾਸ ਗਵਾ ਚੁੱਕੇ ਨੇ। ਪਹਿਲਾਂ ਵੀ ਇਸ ਤਰ੍ਹਾਂ ਦੀ ਗੱਲ ਕੀਤੀ ਗਈ ਸਾਰੀਆਂ ਪਾਰਟੀਆਂ ਨੂੰ ਲੈ ਕੇ ਰਾਸ਼ਟਰਪਤੀ ਨੂੰ ਤੇ ਪ੍ਰਧਾਨ ਮੰਤਰੀ ਨੂੰ ਮਿਲਿਆ ਜਾਏਗਾ, ਪਰ ਉਹ ਵੀ ਗੱਲ ਜਿਹੜੀ ਇਹਨਾਂ ਦੀ ਨੇਪਰੇ ਨਹੀਂ ਚੜੀ। ਸੋ ਪ੍ਰਦਰਸ਼ਨ ਦੀ ਗੱਲ ਕੀਤੀ ਜਾਵੇ, ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ ਜਾਵੇ, ਤਾਂ ਉਹ ਤੇ ਜਰਨੈਲ ਸਿੰਘ ਦਾ ਸਾਫ਼ ਕਹਿਣਾ ਵੀ ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕਾਂ ਲਈ ਖੜੀ ਹੈ। ਜਿਸ ਤਰ੍ਹਾਂ ਰਾਹੁਲ ਗਾਂਧੀ ਆਗਾਮੀ ਦਿਨਾਂ ਵਿੱਚ ਪੰਜਾਬ ਦੌਰੇ ਦੀ ਚਰਚਾ ਚੱਲ ਰਹੀ, ਉਸ ਉਹਨਾਂ ਨੇ ਕਿਹਾ ਵੀ ਜੇ ਲੋੜ ਪਈ ਤਾਂ ਕੇਜਰੀਵਾਲ ਵੀ ਪੰਜਾਬ ਦਾ ਦੌਰਾ ਕਰ ਸਕਦੇ ਨੇ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਹੈਰੀ ਦੇ ਨਾਲ, ਵੇਖਦੇ ਰਹੋ ਪ੍ਰਾਈਮ ਉਦੇ। ਸਤਿ ਸ੍ਰੀ ਅਕਾਲ। ਪ੍ਰਾਈਮ ਉਦੇ ਲਈ ਲੁਧਿਆਣਾ ਤੋਂ ਇੰਦਰਪਾਲ ਸਿੰਘ ਧੁੰਨਾ ਦੇ ਨਾਲ ਹੈਰੀ ਦੀ ਰਿਪੋਰਟ।